ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਨਾਥ ਕਛੂ ਨ ਜਾਨੋ ਮਨ ਮਾਇਆ ਕੈ ਹਾਥ ਬੇਕਾਨੋ। ਤੁਮ ਕਹਿਤ ਹੋ ਜਗਤ ਗੁਰ ਸੁਆਮੀ ਹਮ ਕਹਿਤ ਕਲ ਜੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ ਅਜ ਹੋ ਨਾ ਪਤੀ ਆਏ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਾਗ ਗਾਮੀ। ਇਨ ਦੂਤਨ ਖਾਲ ਬੱਧ ਕਰ ਮਾਰਿਓ ਬੜੋ ਨਿਲਾਜ ਅਜੋ ਨਹੀਂ ਹਾਰਿਓ। ਕਹਿ ਰਵਦਾਸ ਕਹ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਵਾਹਿਗੁਰੂ 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 ਵਾਹਿ ਜੀਓ ਕਮਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸੈ ਦਹੀਂ ਭਾਤ ਖਾਹੇ ਜੀਓ। ਦੇਖ ਰੂਪ ਅਤ ਅਨੂਪ ਮੋਹ ਮਾਹ ਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਕਾਲ ਕਲਮ ਹੁਕਮ ਹਾਥ ਕਹ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਚਾਹੇ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ। ਸੇਵਕ ਕਾ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕੋ ਤੂ ਕਦ ਕਾ। ਬ੍ਰਹਮਾ ਵਿਸ਼ਨ ਸਿਰਤ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕਾ।
84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂ ਕੋ ਤਦ ਕਾ। ਸੇਵਕ ਕਾ ਭਰਪੂਰ ਜੁਗ ਜੁਗ ਵਾਹਿਗੁਰੂ, ਤੇਰਾ ਸਭ ਸਦਕਾ। ਸੇਵਕ ਕਾ ਭਰਪੂਰ ਜੁਗ ਜੁਗ ਵਾਹਿਗੁਰੂ, ਤੇਰਾ ਸਭ ਸਦਕਾ। ਤੁਮ ਚੰਦਨ ਹਮ ਐਰੰਡ ਬਾਪਰ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਤੁਮ ਮਖਤੂਲ ਸਪੇਦ ਸਪੀਅਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹਿਆ ਮਾਧੋ, ਜੈਸੇ ਮਦਪ ਮਖੀਰਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚਮਾਰਾ। ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਚਮਾਰਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਾਈਆ ਮੇਰਾ। ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ। ਤਾ ਪਰ ਤੂ ਹੀ ਟਰੈ, ਨੀਚਾ ਊਚ ਕਰਾ ਮੇਰਾ ਗੋਬਿੰਦ। ਕਾਹੂ ਤੇ ਨਾ ਡਰੈ, ਨਾਮਦੇਵ ਕਬੀਰ ਤਲੋਚਨ। ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ। ਹਰ ਜੀਓ ਤੇ ਸਬੈ ਸਰੈ, ਕਹਿ ਰਵਿਦਾਸ ਸੁਨੋ ਰੇ ਸੰਤੋ। ਹਰ ਜੀਓ ਤੇ ਸਬੈ ਸਰੈ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਗੁਆਰੇ ਰੇ ਮਹਲਾ ਪੰਜਵਾ। ਹਸਤ ਪੁਨੀਤ ਹੋਏ ਤਤਕਾਲ, ਬਿਨ ਸਜਾਹੇ ਮਾਇਆ ਜੰਜਾਲ। ਰਸਨਾ ਰਮ ਹੋ ਰਾਮ ਗੁਣ ਨੇਤ, ਸੁਖ ਪਾਵਹੁ ਮੇਰੇ ਭਾਏ ਮੇਤ। ਹਸਤ ਪੁਨੀਤ ਹੋਏ ਤਤਕਾਲ, ਬਿਨ ਸਜਾਹੇ ਮਾਇਆ ਜੰਜਾਲ। ਰਸਨਾ ਰਮ ਹੋ ਰਾਮ ਗੁਣ ਨੇਤ, ਸੁਖ ਪਾਵਹੁ ਮੇਰੇ ਭਾਏ ਮੇਤ। ਲੇਖਾ ਲੇਖਣ ਕਾਗਦ ਮਸਵਾਣੇ, ਰਾਮ ਨਾਮ ਹਰ ਅੰਮ੍ਰਿਤ ਬਾਣੇ। ਰਹਾਉ यह
सिमरत राम नाहि जम मार, धर्म राय के दूत ना जो है, माया मगन न कछुआ मोह, उदर है आप तरा संसार, राम नाम जाप एक अंकार, आप कमावो अवरा उपदेश, राम नाम हृदय परवेश, जाके माथा हे हो निधान, सोए पुरख जप भगवान, आठ पहर हर हर गुण गाओ, कहो नानक हाँ तिस बल जाओ, जाके माथा एहो निधान, सोए पुरख जप भगवान, आठ पहर हर हर गुण गाओ, कहो नानक हाँ तिस बल जाओ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਕੋਟ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਬਾਜਾਂ ਵਾਲੇ ਫੌਜਾਂ ਵਾਲੇ, ਕਲਗੀਆਂ ਵਾਲੇ, ਤਾਜਾਂ ਵਾਲੇ ਸਤਿਗੁਰੂ ਮਹਾਰਾਜ ਜੀਆਂ ਦੇ ਇਸ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਜਲ ਨਗਰ ਵਿਖੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਾ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰ ਰਹੇ ਨੇ। ਤਖਤ ਸਾਹਿਬ ਦੇ ਉੱਪਰ ਲੜੀਵਾਰ ਹਰ ਰੋਜ਼ ਜੋ ਇਸ ਸਮੇਂ ਆਪਾਂ ਕਥਾ ਸਰਵਣ ਕਰਦੇ ਹਾਂ, ਸਮਾਂ ਹੋਇਆ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਮਨ ਬਿਰਤੀਆਂ ਨੂੰ ਇਕਾਗਰਤਾ ਵਿੱਚ ਲਿਆ ਕਰਕੇ ਆਪਣੀ ਇਸ ਪਾਵਨ ਪਵਿੱਤਰ ਅੰਮ੍ਰਿਤ ਰੂਪ ਕਥਾ ਦੀ ਬਖਸ਼ਿਸ਼ ਕਰਨ। ਸੰਸਾਰ ਦੇ ਵਿੱਚ ਇਨਸਾਨ ਕੰਮ ਬਹੁਤ ਕਰਦਾ ਹੈ ਔਰ ਸੰਸਾਰਿਕ ਕੰਮਾਂ ਦੇ ਵਿੱਚ ਬਹੁਲਤਾ ਦੇ ਵਿੱਚ ਇਸ ਨੇ ਕਾਮਯਾਬੀਆਂ ਵੀ ਹਾਸਲ ਕੀਤੀਆਂ ਨੇ। ਜਿੱਥੇ ਕਿਤੇ ਦੇਖਦਾ ਹੈ ਕਿ ਵੀ ਇਹ ਮੇਰਾ ਕਾਰਜ ਸੰਪੰਨ ਨਹੀਂ ਹੋ ਰਿਹਾ, ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕਰ ਕਰਕੇ ਉਸ ਕਾਰਜ ਨੂੰ ਵੀ ਸੰਪੰਨ ਕੀਤਾ ਜਾਂਦਾ ਹੈ। ਪਰ ਸਭ ਤੋਂ ਵੱਡਾ ਜਿਹੜਾ ਕਾਰਜ ਹੈ, ਕੰਮ ਹੈ, ਕਰਮ ਹੈ ਮਨੁੱਖ ਦਾ, ਉਹ ਹੈ ਪਰਮੇਸ਼ਰ ਜੀਆਂ ਨੂੰ ਯਾਦ ਕਰਨਾ, ਵਾਹਿਗੁਰੂ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋਣਾ, ਮਨੁੱਖਾ ਜਨਮ ਦੀ ਸਫਲਤਾ ਹੀ ਬਣਾਉਣੀ। ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਸਾਨੂੰ ਕਰਮ ਕਰਨੇ ਦੀ ਜਦੋਂ ਆਗਿਆ ਦਿੰਦੇ ਨੇ ਤਾਂ ਸੁਖਮਣੀ ਸਾਹਿਬ ਜੀਆਂ ਦੇ ਵਿੱਚ ਸਾਹਿਬ ਜੀ ਕਹਿੰਦੇ ਕਰ ਹਰ ਕਰਮ ਸ਼ਰਵਨ ਹਰ ਕਥਾ। ਮਾਰ ਕਹਿੰਦੇ ਕਰ ਕਰਮ, ਕਿਹੜਾ ਕਰਮ ਕਰੀਏ ਮਹਾਰਾਜ? ਸਾਹਿਬ ਜੀ ਕਹਿੰਦੇ ਹਰੀ ਦੀ ਕਥਾ ਸਰਵਣ ਕਰਨ ਦਾ ਕਰਮ ਕਰਿਆ ਕਰੋ, ਕਿਉਂਕਿ ਆਪੋ ਆਪਣੇ ਕਰਮਾਂ ਕਰਕੇ ਹੀ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ।
ਆਪੋ ਆਪਣੇ ਕਰਮਾਂ ਕਰਕੇ ਕੋਈ ਪਰਮਾਤਮਾ ਦੇ ਨੇੜੇ ਆ ਜਾਂਦਾ ਹੈ, ਕੋਈ ਦੂਰ ਹੋ ਜਾਂਦਾ ਹੈ। ਪਰ ਜਿਹੜਾ ਕਰਮ ਗੁਰੂ ਅਰਜਨ ਸਾਹਿਬ ਜੀ ਨੇ ਦੱਸ ਦਿੱਤਾ, ਇਸ ਕਰਮ ਦੇ ਨਾਲ ਪਰਮਾਤਮਾ ਦੀ ਨੇੜਤਾਈ ਚਰਨਾਂ 'ਚ ਨਿਵਾਸ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਲੜੀਵਾਰ ਕਥਾ ਦੀ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਧੰਨਵਾਦ ਕਰਦਿਆਂ ਸਾਰੇ ਜਾਣੇ ਆਪਣੀ ਰਸਨਾ ਤੋਂ ਕਹਿ ਦਿਓ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਰਾਗ ਹੈ ਔਰ ਗੁਆਰ ਰੀ ਇਹਦੀ ਜਾਤ ਹੈ। ਗੁਆਰੇ ਰੀ ਜਾਤ ਦਾ ਗੌੜੀ ਰਾਗ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਗਰੀਬ ਨਵਾਜੀ ਹਨ, ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਸਤਾ ਪੁਨੀਤ ਹੋਏ ਤਤਕਾਲ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਸ ਸਾਧ ਸੰਗਤ ਜੀ ਇੱਕ ਲਿਖਾਰੀ ਆਇਆ। ਲਿਖਣ ਵਾਲੇ ਕਵਿਤਾਵਾਂ, ਕਹਾਣੀਆਂ, ਨਾਵਲਾਂ ਨੂੰ, ਕਈ ਸੰਸਾਰ ਦੀਆਂ ਹੀ ਕਹਾਣੀਆਂ, ਨਾਵਲ ਲਿਖਦੇ ਨੇ, ਕਈ ਰੱਬ ਦੇ ਪਿਆਰੇ ਨਿਰੰਕਾਰ ਪ੍ਰਮਾਤਮਾ ਦੀ ਉਪਮਾ ਵਡਿਆਈ ਲਿਖਦੇ ਨੇ। ਉਸ ਲਿਖਾਰੀ ਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਲਿਖਾਰੀ ਹਾਂ, ਬਹੁਤ ਕੁਝ ਲਿਖਿਆ, ਪਰ ਮਨ ਵਿੱਚ ਸ਼ਾਂਤੀ ਨਹੀਂ ਪ੍ਰਾਪਤ ਹੋਈ, ਮਨ ਦੀ ਭਟਕਣਾ ਨਹੀਂ ਮਿਟੀ, ਦੌੜ ਭੱਜ ਅੱਗੇ ਨਾਲੋਂ ਵੀ ਤੇਜ਼ ਹੋ ਗਈ ਆ ਮਨ ਦੀ। ਆਪ ਜੀਆਂ ਦੇ ਦਰ ਦੀ ਉਪਮਾ ਸੁਣੀ ਹੈ, ਮੈਂ ਆਪ ਜੀਆਂ ਦੇ ਦਰ ਦੇ ਉੱਪਰ ਸਵਾਲੀ ਬਣ ਕੇ ਆਇਆ ਆ। ਆਪ ਜੀ ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਕਿ ਮੈਂ ਲਿਖਾਰੀ ਐਸਾ ਕੁਛ ਲਿਖਾਂ ਕਿ ਮੈਨੂੰ ਸਫਲਤਾ ਹੀ ਪ੍ਰਾਪਤ ਹੋ ਜਾਏ। ਮਨੁੱਖਾ ਜਨਮ, ਸਰੀਰ ਦੇ ਅੰਗ ਪਵਿੱਤਰ ਹੋ ਜਾਣ, ਸਫਲ ਹੋ ਜਾਣ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਹਸਤ ਪੁਨੀਤ ਹੋਏ ਤਤਕਾਲ। ਜੇ ਆਪਾਂ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਉਪਮਾ ਲਿਖਦੇ ਨਾ ਹੱਥਾਂ ਦੇ ਨਾਲ, ਤੇ ਇਹ ਹੱਥ ਬੜੀ ਛੇਤੀ ਦੇ ਨਾਲ ਪੁਨੀਤ ਪਵਿੱਤਰ ਹੋ ਜਾਂਦੇ, ਬਹੁਤ ਛੇਤੀ ਦੇ ਨਾਲ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਖਾਲਸਾ ਜੀ ਪ੍ਰਮਾਣ ਦਿੱਤੇ ਨੇ ਬੜੇ ਸੋਹਣੇ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ। ਗੁਰਮੁਖਾਂ ਦੇ ਹੱਥ ਸਫਲ ਨੇ, ਜਿਨ੍ਹਾਂ ਹੱਥਾਂ ਦੇ ਨਾਲ ਸਾਧ ਸੰਗਤ ਦੀ ਸੇਵਾ ਕਰਦੇ ਨੇ। ਸੇਵਾ ਕਿਹੜੀ ਹੈ? ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਣਾ ਅੰਮ੍ਰਿਤ ਪਾਵੈ। ਪਾਣੀ ਲਿਆਉਣਾ, ਢੋਣਾ, ਗੁਰੂ ਘਰ ਦੇ ਵਿੱਚ ਜਿੱਥੇ ਜਿੱਥੇ ਲੋੜ ਆ ਲੰਗਰ ਬਣਾਉਣ ਵਾਸਤੇ, ਸਿੱਖਾਂ ਦੇ ਇਸ਼ਨਾਨ ਕਰਨ ਵਾਸਤੇ, ਉਹ ਸਾਰਿਆਂ ਥਾਵਾਂ ਦੇ ਉੱਪਰ ਪਾਣੀ ਲਿਆ ਕੇ ਦੇਣਾ। ਫਿਰ ਪੱਖੇ ਦੇ ਨਾਲ ਹਵਾ ਚੱਲਣੀ। ਲੰਗਰ ਦੇ ਵਾਸਤੇ, ਸੰਗਤਾਂ ਦੇ ਛਕਾਉਣ ਦੇ ਵਾਸਤੇ ਦਾਣਿਆਂ ਨੂੰ ਚੱਕੀ 'ਚ ਪਾ ਕੇ ਪੀਣਾ ਤੇ ਆਟਾ ਬਣਾਉਣਾ। ਪਾਣੀ ਪੱਖਾ ਪੀਹਣਾ, ਪਾਣੀ ਢੋਣਾ ਲਿਆਉਣਾ, ਪੱਖੇ ਨਾਲ ਹਵਾ ਚੱਲਣੀ,
ਚੱਕੀ ਨਾਲ ਦਾਣਿਆਂ ਨੂੰ ਪੀ ਆਟਾ ਬਣਾ, ਆਟਾ ਗੁੰਨ ਲੰਗਰ ਪ੍ਰਸ਼ਾਦ ਪ੍ਰਸ਼ਾਦੇ ਤਿਆਰ ਕਰਕੇ ਵਰਤਾਉਣੇ। ਸਾਧ ਸੰਗਤ ਗੁਰ ਕਾਰ ਕਮਾਵੈ। ਇਹ ਸਾਧ ਸੰਗਤ ਦੀ ਐਵੇਂ ਆਪਣੇ ਹੱਥਾਂ ਦੇ ਨਾਲ ਸਾਧ ਸੰਗਤ ਦੀ ਗੁਰੂ ਮਹਾਰਾਜਿਆਂ ਦੀ ਸੇਵਾ ਕਰੇ। ਫਿਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਗੁਰਬਾਣੀ ਲਿਖ ਪੋਥੀਆਂ, ਹੱਥਾਂ ਨਾਲ ਇਹ ਵੀ ਸੇਵਾ ਕਰੋ, ਗੁਰਬਾਣੀ ਦੀਆਂ ਪੋਥੀਆਂ ਲਿਖੋ। ਜਿਵੇਂ ਖਾਲਸਾ ਜੀਓ ਗਿਆਨੀ ਸੁਖਵਿੰਦਰ ਸਿੰਘ ਜੀਆਂ ਨੇ ਉਪਰਾਲਾ ਪ੍ਰਾਰੰਭ ਕੀਤਾ ਗੁਰੂ ਕਿਰਪਾ ਦੁਆਰਾ, ਵਿਦਿਆਰਥੀਆਂ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਪ੍ਰੇਰਣਾ ਦਿੰਦੇ ਨੇ ਕਿ ਵੀ ਗੁਰਬਾਣੀ ਲਿਖੋ ਹੱਥਾਂ ਦੇ ਨਾਲ। ਗੁੜਕਾ ਸਾਹਿਬ ਲਿਖੋ, 5 ਗ੍ਰੰਥੀ, ਭਗਤ ਬਾਣੀ 22 ਵਾਰਾਂ, ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ, 2 ਸੈਂਚੀਆਂ, ਜੋ ਲਿਖ ਸਕਦੇ ਲਿਖੋ, ਹੱਥ ਸਭ ਲਾਉਣਗੇ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ, ਹੱਥਾਂ ਦੇ ਨਾਲ ਜੋੜੀਆਂ ਵਜਾਉਣੀਆਂ, ਮਿਰਦੰਗਾਂ ਰਬਾਬਾਂ ਨੂੰ ਵਜਾਉਣਾ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ। ਇਵੇਂ ਆਪਣੇ ਹੱਥ ਸਬਲ ਹੋ ਜਾਂਦੇ ਜਦੋਂ ਆਪਾਂ ਹੱਥਾਂ ਦੇ ਨਾਲ ਗੁਰੂ ਘਰ ਦੇ ਵਿੱਚ ਜਿਹੜੀ ਗੁਰਮਤ ਅਨੁਸਾਰ ਜੋ ਸੇਵਾ ਉਸ ਨੂੰ ਕਰਦੇ ਤੇ ਹੱਥ ਸਬਲ ਹੋ ਜਾਂਦੇ। ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਰਦਿਆਂ ਹੋਇਆ ਭੱਟ ਸਾਹਿਬਾਨ ਜੀ ਕਹਿੰਦੇ ਨੇ, ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਾਲਰੈ। ਉਹ ਪੈਰ ਸਫਲ ਨੇ ਜਿਹੜੇ ਪੈਰ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਵੱਲ ਗੁਰੂ ਘਰ ਜਾਂਦੇ ਨੇ। ਹੱਥ ਤਾਂ ਪਰ ਸਕਿਆਥ ਹੱਥ ਲੱਗਹਿ ਗੁਰ ਅਮਰ ਪੈ। ਉਹ ਹੱਥ ਸਫਲ ਨੇ ਜਿਹੜੇ ਹੱਥ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਚਰਨਾਂ ਤੇ ਲੱਗਦੇ ਆ। ਜੀ ਹੀ ਤਾਂ ਪਰ ਸਕਿਆਥ ਜੀ ਹੀ ਗੁਰ ਅਮਰ ਭਣੇਜੈ। ਉਹ ਰਸਨਾ ਉਹ ਜ਼ਬਾਨ ਸਫਲ ਹੈ ਜਿਹੜੀ ਜ਼ਬਾਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੀ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਗੁਰੂ ਮਹਾਰਾਜਿਆਂ ਦਾ ਸਤਿਕਾਰ ਦੇ ਨਾਲ ਨਾਮ ਉਚਾਰਨ ਕਰਦੀ ਏ, ਗੁਰੂ ਸਾਹਿਬ ਦੀ ਬਖਸ਼ੀ ਬਾਣੀ ਪੜ੍ਹਦੀ ਏ, ਉਹ ਰਸਨਾ ਵੀ ਸਫਲ ਹੈ। ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੇਜੈ। ਉਹ ਨੈਣ ਉਹ ਨੇਤਰ ਵੀ ਸਫਲ ਨੇ ਜਿਹੜੇ ਨੇਤਰ ਗੁਰੂ ਅਮਰਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਜੀਆਂ ਦਾ ਦੀਦਾਰ ਕਰਦੇ ਨੇ। ਸ਼ਰਵਣ ਤਾਂ ਪਰ ਸਕਿਆਥ ਸ਼ਰਵਣ ਗੁਰ ਅਮਰ ਸੁਣਜੈ। ਉਹ ਕੰਨ ਵੀ ਸਫਲ ਆ ਜਿਹੜੇ ਕੰਨ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਦੇ ਨੇ। ਸਕਿਆਥ ਸੋਹੀ ਓ ਜਿਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ। ਫਿਰ ਜਿੱਥੇ ਇੰਦਰ ਸਾਰੇ ਸਫਲ ਹੁੰਦੇ ਨੇ, ਹੱਥ ਸੇਵਾ ਕਰਕੇ, ਪੈਰ ਚੱਲ ਕੇ, ਜ਼ਬਾਨ ਬੋਲ ਕੇ, ਅੱਖਾਂ ਦਰਸ਼ਨ ਕਰਕੇ, ਗੰਨ ਸੁਣ ਕੇ, ਜਿਵੇਂ ਆਪ ਜੀ ਸੁਣਦੇ ਹੋ ਨਾ, ਗੁਰੂ ਸਾਹਿਬ ਦੀ ਬੜੀ ਕਿਰਪਾ ਖਾਲਸਾ ਜੀ ਆਪ ਜੀ। ਇਹਦੇ ਤੋਂ ਹੋਰ ਵੱਡੀ ਕਿਰਪਾ ਕਰਨ, ਸ਼ਬਦ ਦੇ ਨਾਲ ਐਸੀ ਸੁਰਤ ਜੋੜਨ ਕਿ ਖਾਲਸਾ ਜੀ ਸ਼ਬਦ ਦੇ ਵਿੱਚ ਹੀ ਸਮਾ ਜਾਈਏ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ, ਜੈਸੇ ਦੀਪ ਦੀਪਕ ਪਤੰਗ ਲੋਟ ਪੋਟ ਹੋਤ ਕਬ ਹੂੰ ਕਿ ਜਵਾਰਾ ਮੈਂ ਪਰਤ ਜਰ ਜਾਏ ਹੈ। ਜੈਸੇ ਖਾਗ ਚੋਗ ਚੋਗ ਆਵਾ ਓਡ ਕਾਹੂ ਦਿਨ ਫਾਂਸੀ ਫਾਂਸੇ ਬਾਹਰੋ ਨ ਆਏ ਹੈ। ਜੈਸੇ ਅਲ ਕਮਲ ਕਮਲ ਪ੍ਰਤ ਖੋਜਾ ਨਿਤ ਕਬ ਹੂੰ ਕਮਲ ਦਲ ਸੰਪਟ ਸਮਾਏ ਹੈ। ਤੈਸੇ ਗੁਰ ਬਾਣੀ ਅਬ ਗਾਹਨ ਕਰਤ ਚਿਤ ਕਬ ਹੂੰ ਮਗਨ ਹੋਵੈ ਸ਼ਬਦ ਉਰਜਾਏ ਹੈ। ਕਹਿੰਦੇ ਬਾਣੀ ਨੂੰ ਮਨ ਲਾ ਕੇ ਪੜੋ, ਮਨ ਲਾ ਕੇ ਸੁਣੋ। ਇੱਕ ਦਿਨ ਉਹ ਦਿਨ ਜ਼ਰੂਰ ਆਏਗਾ ਜਿਸ ਦਿਨ ਖਾਲਸਾ ਜੀ ਸ਼ਬਦ ਦੇ ਵਿੱਚ ਉਲਝ ਜਾਵਾਂਗੇ, ਸ਼ਬਦ ਦੇ ਵਿੱਚ ਇੱਕ ਮਿਕ ਹੋ ਜਾਵਾਂਗੇ। ਤੇ ਜਿਸ ਦਿਨ ਸ਼ਬਦ ਵਿੱਚ ਸੁਰਤ ਜੁੜ ਗਈ, ਉਸ ਦਿਨ ਆਰੇ ਨੇ ਵੀ ਸੁਰਤ ਨੂੰ ਨਹੀਂ ਖੰਡਾਉਣਾ। ਆਰਾ ਚੱਲੇਗਾ ਪਰ ਸੁਰਤ ਜੁੜੀ ਹੋਏਗੀ।
ਟੋਕਾ ਬੰਦ ਕੱਟੇਗਾ, ਸੁਰਤ ਨਹੀਂ ਖਿੰਡੇਗੀ। ਸੀਸ ਲੈ ਸਕਦਾ ਹੈ ਪਰ ਸੁਰਤ ਨਹੀਂ ਖਿੰਡੇਗੀ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ, ਭੱਟ ਸਾਹਿਬ ਜੀ ਕਥਨ ਕਰ ਰਹੇ ਨੇ, ਸਕਿਆਥ ਸੋ ਹੀਓ ਜਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਿਰ ਵੀ ਸਫਲ ਹੈ ਜਿਹੜਾ ਸਿਰ ਨੇਤਾ ਪ੍ਰਤੀ ਗੁਰੂ ਅਮਰਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਨੂੰ ਨਿਯਮਦਾ ਝੁਕਦਾ ਹੈ, ਉਹ ਸਿਰ ਵੀ ਸਫਲ ਹੈ। ਕਿਸੇ ਵਿਦਵਾਨ ਦਾ ਕਥਨ ਆ, ਜੇ ਤੇਰੀ ਅੱਖ ਦੀ ਛਿਪ ਦਾ ਇੱਕ ਮੋਤੀ ਜੇ ਗੁਰ ਚਰਨਾ ਅੰਦਰ ਰੁੜ ਜਾਵੇ, ਉਹਦੀ ਮਿਹਰ ਦੀ ਨਜ਼ਰ ਦਾ ਕੁਲ ਸਾਗਰ ਤੇਰੇ ਇੱਕ ਕਤਰੇ ਅੰਦਰ ਘੁਲ ਜਾਵੇ, ਉਹ ਮੱਥਾ ਟੇਕ ਅੰਦਰ ਪਾਏ ਦਾਨ ਉਤੇ, ਤੇਰਾ ਵੇਗ ਸਿਜਦਾ ਪੈ ਮੁੱਲ ਜਾਵੇ, ਤੇਰੇ ਮੱਥੇ ਦੀ ਬੰਦ ਰੇਖਾ ਦਾ ਬੂਹਾ ਮਤਾਂ ਖੁੱਲਦਿਆਂ ਖੁੱਲ ਜਾਵੇ। ਜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ, ਤੇਰੇ ਮੱਥੇ ਦੀ ਬੰਦ ਰੇਖਾ ਦਾ ਬੂਹਾ ਕਈ ਸਦੀਆਂ ਕਈ ਜਨਮਾਂ ਤੋਂ ਬੰਦ ਆ, ਕਿਤੇ ਤਰਸ ਆ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਖੋਲ ਦੇਣਗੇ ਦਰ ਮਾਦੇ ਠਾਡੇ ਦਰਬਾਰ। ਤੁਝ ਬਿਨ ਸੁਰਤ ਕਰਾ ਕੋ ਮੇਰੀ ਦਰਸ਼ਨ ਦੀਜੈ, ਖੋਲ ਕਬਾਰ। 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੇ ਇੱਕ ਨਾ 10ਵਾਂ ਦੁਆਰ ਦਿਖਾਇਆ। ਮਹਾਰਾਜ ਜੀ ਭਗਤ ਜਾਲਪ ਜੀ ਕਹਿ ਰਹੇ ਨੇ, ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਿਰ ਵੀ ਸਫਲ ਹੈ ਜਿਹੜਾ ਗੁਰੂ ਸਾਹਿਬ ਨੂੰ ਆ ਕੇ ਨਿਉਂਦਾ ਝੁਕਦਾ ਹੈ। ਇੱਥੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ, ਹਸਤ ਪਨੀਤ ਹੋਏ ਤਤਕਾਲ। ਉਹਦੇ ਹੱਥ ਛੇਤੀ ਦੇ ਨਾਲ ਪਵਿੱਤਰ ਹੋ ਜਾਂਦੇ ਹਨ। ਬਿਨਸ ਜਾਹੇ ਮਾਇਆ ਜੰਜਾਲ। ਔਰ ਮਾਇਆ ਦੇ ਜਿੰਨੇ ਜੰਜਾਲ ਬੰਧਨ ਪਏ ਹੋਏ ਨੇ ਸਾਰੇ ਬਿਨਸ ਜਾਂਦੇ ਨੇ। ਬਿਨਸ ਜਾਏ ਮਾਇਆ ਜੰਜਾਲ। ਮਾਇਆ ਦੇ ਬੰਧਨ ਖਾਲਸਾ ਜੀ ਸਾਡੇ ਆਪਣੇ ਕੋਲੋਂ ਨਹੀਂ ਜੇ ਖੁੱਲਣੇ, ਆਪਣੇ ਕੋਲੋਂ ਨਹੀਂ ਖੁੱਲ ਸਕਦੇ। ਪਰ ਜੇ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ, ਰਹਿਮਤਾਂ ਕਰ ਦੇਣ, ਕਿੰਨੇ ਵੀ ਖਾਲਸਾ ਜੀ ਘੁੱਟ ਕੇ ਕਿਸੇ ਨੇ ਬੰਧਨ ਦਿੱਤੇ ਹੋਣ, ਉਹ ਸਾਰੇ ਬੰਧਨ ਟੁੱਟ ਜਾਂਦੇ ਨੇ। ਸਤਿਗੁਰ ਸਿੱਖੇ ਬੰਧਨ ਘਾਟੈ। ਵੱਡੇ ਤੋਂ ਵੱਡੇ ਬੰਧਨ ਗੁਰੂ ਮਹਾਰਾਜ ਸਾਹਿਬ ਜੀ ਸਿੱਖ ਦੇ ਕੱਢ ਦਿੰਦੇ। ਤੁਹਾਡੇ ਨੇੜੇ ਆ ਪੂਨਾ 17, ਉੱਥੇ ਬਾਲਾ ਰਾਓ ਤੇ ਰੁਸਤਮ ਰਾਓ, ਪਤਾ ਹੀ ਆਪ ਜੀਆਂ ਨੂੰ, ਜੇਲ੍ਹ ਦੇ ਵਿੱਚ ਨੇ। ਉਥੇ ਇੱਕ ਗੁਰੂ ਕਾ ਸਿੱਖ ਸੁਖਮਣੀ ਸਾਹਿਬ ਪੜਦਾ ਹੈ, ਸਤਿਗੁਰ ਸਿੱਖ ਬੰਧਨ ਕਾਟੈ। ਬਚਨ ਸੁਣ ਕਰਕੇ ਹਿਰਦੇ 'ਚ ਵਸਾ ਲਿਆ, ਬੇਨਤੀ ਕੀਤੀ ਬਾਣੀ ਪੜਨ ਵਾਲਿਆ ਗੁਰ ਸਿੱਖਾ, ਆ ਜੋ ਤੂੰ ਬਚਨ ਪੜਦਾ ਆ ਸੱਚ ਨੇ? ਉਹ ਕਹਿਣ ਲੱਗਾ ਜੀ ਬਿਲਕੁਲ ਸੱਚ ਆ। ਕੀ ਸਤਿਗੁਰੂ ਮਹਾਰਾਜ ਮੇਰੇ ਬੰਧਨ ਕੱਟ ਦੇਣਗੇ? ਸਿੱਖ ਕਹਿਣ ਲੱਗਾ ਬਹੁਤ ਜ਼ਿਆਦਿਆਂ ਦੇ ਕੱਟੇ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਜੇਲ੍ਹ ਵਿੱਚੋਂ ਕਈਆਂ ਦੇ ਬੰਧਨ ਤੋੜੇ। ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚ 52 ਰਾਜਪੂਤਾਂ ਦੇ ਬੰਧਨ ਖੋਲੇ। ਵੇਖੋ ਸਮੇਂ ਦੀ ਸਰਕਾਰ ਚਾਲ ਚੱਲਣ ਲੱਗੀ ਜੀ, ਉਹਨੇ ਛੱਡ ਦਿੰਨੇ ਜਿੰਨੇ ਤੁਹਾਡੇ ਚੋਲੇ ਦੀਆਂ ਲੜੀਆਂ ਫੜ ਲੈਣਗੇ। ਅਛਲ ਛਲਾਈ ਨਹਿ ਛਲੈ ਨਾ ਘਾਓ ਕਟਾਰਾ ਕਰ ਸਕੈ। ਛਲ ਨੂੰ ਛਲ ਕੌਣ ਸਕਦਾ? ਤੇ ਮਾਲਕ ਨੇ 52 ਤਣੀਆਂ ਵਾਲਾ ਚੋਲਾ ਮੰਗਵਾ ਲਿਆ। ਮੇਰੀ ਵੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ 52 ਲੜੀਆਂ ਪਕੜਾ ਕੇ 52 ਰਾਜਿਆਂ ਨੂੰ ਰਿਹਾ ਕਰਾ ਲਿਆ, ਬੰਦਰ ਖੋਲ ਦਿੱਤੇ। ਭਰੋਸਾ ਵੱਜ ਗਿਆ ਤਾਂ ਖਾਲਸਾ ਜੀ ਐਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਧਿਆਨ ਧਾਰ ਕੇ ਯਾਦ ਕੀਤਾ ਪ੍ਰੇਮ ਦੇ ਨਾਲ। ਗੁਰੂ ਕਲਗੀਧਰ ਪਾਤਸ਼ਾਹ ਜੀ ਪੂਨੇ ਸਤਾਰੇ ਦੀ ਜੇਲ੍ਹ 'ਚ ਜਾ ਗਏ। ਕਹਿੰਦੇ ਸਿੱਖਾ ਆ ਗਏ ਆ, ਤੇਰੇ ਬੰਧਨ ਖੋਲਣ ਲੱਗੇ ਆ। ਇੱਕ ਵਾਰ ਸਾਰਿਆਂ 'ਚ ਪ੍ਰਗਟ ਹੋ ਗਏ, ਉੱਚੀ ਆਵਾਜ਼ ਵਿੱਚ ਕਹਿੰਦੇ ਮੇਰਾ ਗੁਰੂ ਆ ਗਿਆ ਜੇ, ਮੇਰੇ ਬੰਧਨ ਟੁੱਟਣ ਲੱਗੇ ਨੇ, ਮੈਨੂੰ ਰਿਹਾ ਕਰਾਉਣ ਆ ਗਿਆ।
तो खालसा जो सिख ने ਉੱਚੀ आवाज भी ਦਿੱਤੀ। इधर गुरु गोबिंद सिंह महाराज ਪਾਤਸ਼ਾਹ ਜੀਆਂ ਨੇ ਖਾਲਸਾ ਜੀ ਉਸ ਸਿੱਖ ਨੂੰ ਆਪਣੇ ਘੋੜੇ ਦੀ ਰਕਾਬ ਚਰਨ ਪਕੜਾ ਕੇ ਆਕਾਸ਼ੀ ਮਾਰਗਧਾਣੀ ਲਿਆ ਕਰਕੇ ਖਾਲਸਾ ਜੀ ਉਹ ਮਨਵਾੜ ਉਤਾਰਾ ਕੀਤਾ। ਐਸੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਾਇਆ ਦੇ ਜੰਜਾਲਾਂ ਨੂੰ ਕੱਢ ਦਿੰਦੇ ਨੇ, ਪਏ ਹੋ ਬੰਧਨਾਂ ਨੂੰ ਤੋੜ ਦਿੰਦੇ ਨੇ। ਇੱਕ ਮੈਂ ਬੇਨਤੀ ਕਰ ਰਿਹਾ ਸਾਂ ਕਿ ਵੀ ਮਾਇਆ ਦੇ ਜਿਹੜੇ ਜੰਜਾਲ ਬੰਧਨ ਪਏ ਨੇ ਇਹ ਆਪਣੇ ਆਪ ਤੇ ਨਹੀਂ ਜੇ ਕੱਟੇ ਜਾਣੇ। ਗੁਰੂ ਕਿਰਪਾ ਕਰਦੇ ਤੇ ਮਾਇਆ ਦੇ ਜੰਜਾਲ, ਮਾਇਆ ਦੇ ਬੰਧਨ ਕੱਟੇ ਜਾਂਦੇ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਲਾਂ। ਜੈਸੇ ਤੋ ਕੰਚਨ ਪਰਸਤ ਪਾਰੋ ਸੋਖ ਲੇਤ ਅਗਨ ਮੈਂ ਡਾਰਾ ਪੁਨ ਪਾਰੋ ਉੱਡ ਜਾਤ ਹੈ। ਜੈਸੇ ਮਲ ਮੂਤਰ ਲਗ ਅੰਬਰ ਮਲੀਨ ਹੋਤ ਸਾਬਨ ਸਲਲ ਮਿਲ ਨਿਰਮਲ ਗਾਤ ਹੈ। ਜੈਸੇ ਆਹੇ ਦਸੇ ਬਿਖ ਵਿਆਪਤ ਸਗਲ ਅੰਗ ਮੰਤਰ ਬਿਖਾ ਬਿਕਾਰ ਸਭ ਸੋ ਬਿਲਾਤ ਹੈ। ਤੈਸੇ ਮਾਇਆ ਮੋਹ ਬੇਮੋਹਤ ਮਗਨ ਮਨ ਗੁਰ ਉਪਦੇਸ ਮਾਇਆ ਮੂਲ ਮੁਰਝਾਤ ਹੈ। ਤਿੰਨ ਪ੍ਰਮਾਣ ਦਿੱਤਾ ਭਾਈ ਗੁਰਦਾਸ ਸਾਹਿਬ ਨੇ। ਪਹਿਲਾ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਦੇ ਰਹੇ ਨੇ, ਜਿਵੇਂ ਸੋਇਨਾ ਪਾਰੇ ਦੇ ਲਾਗੇ ਰੱਖਦੇ ਨਾ, ਸੋਇਨਾ ਪਾਰੇ ਦੇ ਲਾਗੇ, ਤੇ ਪਾਰਾ ਸੋਇਨੇ ਨੂੰ ਖਾ ਜਾਂਦਾ, ਸੋਖ ਲੈਂਦਾ, ਹਜਮ ਕਰ ਜਾਂਦਾ ਹੈ। ਪਾਰੇ ਦੇ ਵਿੱਚ ਸੋਨਾ ਵੜ ਜਾਂਦਾ, ਗੁਪਤ ਹੋ ਜਾਂਦਾ। ਤੇ ਜੇ ਹੁਣ ਕੋਈ ਕਹੇ ਵੀ ਮੈਂ ਪਾਰੇ ਵਿੱਚੋਂ ਸੋਨਾ ਹੱਥਾਂ ਨਾਲ ਕੱਢਦਾ ਤੇ ਤਿਲਕ ਜਾਣਾ, ਉਹਨੇ ਫੜਿਆ ਹੀ ਨਹੀਂ ਜਾਣਾ, ਕੱਢ ਹੀ ਨਹੀਂ ਪਾਓਗੇ। ਪਰ ਇਹਦਾ ਅਰਥ ਇਹ ਨਹੀਂ ਕਿ ਵੀ ਕੱਢ ਹੀ ਨਹੀਂ ਪਾਓਗੇ। ਜੁਗਤੀ ਹੁੰਦੀ ਆ, ਜੁਗਤੀ ਨਾਲ ਮੁਕਤੀ ਹੁੰਦੀ ਆ। ਕਹਿੰਦੇ ਜੇ ਕੋਠਾਲੀ 'ਚ ਪਾ ਕੇ, ਇੱਕ ਬਰਤਨ 'ਚ ਪਾ ਕੇ ਉਸ ਸੋਨੇ ਨੂੰ ਰੱਖ ਦਿਓ ਅੱਗ ਤੇ, ਜਿਵੇਂ ਜਿਵੇਂ ਲੱਗੇਗਾ ਸੇਕ, ਪਾਰਾ ਉੱਡ ਜਾਏਗਾ ਤੇ ਸੋਨਾ ਬਾਹਰ ਆ ਜਾਏਗਾ। ਢੰਗ ਆ ਨਾ। ਦੂਸਰਾ ਬਚਨ ਕਹਿੰਦਾ ਜੀ ਕੱਪੜਿਆਂ ਨੂੰ, ਸਰੀਰ ਨੂੰ ਮਲ ਮੂਤਰ ਲੱਗ ਜਾਏ, ਮੈਲੇ ਗੰਦੇ ਹੋ ਜਾਂਦੇ ਨੇ। ਤੇ ਜੇ ਕੋਈ ਕਹੇ ਕਿ ਵੀ ਹੁਣ ਮੈਂ ਕੱਲਾ ਇਹਨੂੰ ਹੱਥ ਨਾਲ ਝਾੜ ਲਾਂ ਤੇ ਉਹ ਮਲ ਮੂਤਰ ਨਹੀਂ ਉਤਰ ਸਕਦਾ, ਕੱਲੇ ਪਾਣੀ ਨਾਲ ਵੀ ਸਾਫ਼ ਨਹੀਂ ਹੋ ਸਕਦਾ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਬਨ ਸਲਲ ਮਿਲ ਨਿਰਮਲ ਗਾਤ ਹੈ। ਸਾਬਣ ਮਿਲ ਜਾਏ, ਪਾਣੀ ਮਿਲ ਜਾਏ, ਪਾਣੀ ਨਾਲ ਗਿੱਲਾ ਕਰ, ਸਾਬਣ ਲਾ ਕੇ ਮਲ ਕੇ ਪਾਣੀ ਚੋਂ ਕੱਢ ਦਿਓ, ਕੱਪੜੇ ਵੀ ਸਾਫ਼ ਤੇ ਸਰੀਰ ਵੀ ਸਾਫ਼। ਤੀਸਰਾ ਬਚਨ ਕਹਿੰਦੇ ਜੇ ਸੱਪ ਡੰਗ ਮਾਰੇ ਤੇ ਉਹਦੀ ਜ਼ਹਿਰ ਸਾਰੇ ਸਰੀਰ ਅੰਗਾਂ 'ਚ ਫੈਲ ਜਾਂਦੀ ਏ। ਪਰ ਜੇ ਗਾਰੜੂ ਮੰਤਰ ਹੋਵੇ ਤੇ ਸੱਪ ਦੇ ਡੰਗ ਦੇ ਨਾਲ ਜ਼ਹਿਰ ਰੁਕ ਜਾਂਦੀ ਹੈ, ਸਰੀਰ ਵਿੱਚ ਫੈਲਦੀ ਨਹੀਂ, ਉਹਨੂੰ ਉੱਥੇ ਸਟਾਪ ਹੋ ਜਾਂਦਾ, ਉੱਥੇ ਰੁਕ ਜਾਂਦੀ ਹੈ। ਐਵੇਂ ਅਖੀਰ ਤੇ ਸਿਧਾਂਤ ਸਾਡੇ ਸਾਹਮਣੇ ਰੱਖਿਆ ਭਾਈ ਗੁਰਦਾਸ ਸਾਹਿਬ ਜੀਆਂ ਨੇ। ਤੈਸੇ ਮਾਇਆ ਮੋਹ ਬੇਮੋਹਤ ਮਗਨ ਮਨ, ਤੇਵੇਂ ਮਾਇਆ ਦੇ ਮੋਹ ਵਿੱਚ ਸਾਡੇ ਮਨ ਮਗਨ ਹੋ ਗਏ ਨੇ, ਮਗਨਤਾਈ ਵਿੱਚ ਮਗਨ ਹੋ ਗਏ ਨੇ। ਪਤਾ ਨਹੀਂ ਲੱਗ ਰਿਹਾ ਕਿ ਮਾਇਆ ਦਾ ਪ੍ਰਭਾਵ ਪਿਆ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਗੁਰ ਉਪਦੇਸ਼ ਮਾਇਆ ਮੂਲ ਮਰਝਾਤ ਹੈ। ਗੁਰੂ ਦੇ ਉਪਦੇਸ਼ ਦੀ ਕਮਾਈ ਕੀਤਿਆਂ, ਕਮਾਈ ਕਰਨ ਦੇ ਨਾਲ ਮਾਇਆ ਮੂਲ ਤੋਂ ਜੜ ਤੋਂ ਹੀ ਖਾਲਸਾ ਜੀ ਮਰਝਾ ਜਾਂਦੀ ਹੈ। ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਮਾਇਆ ਦੇ ਜੰਜਾਲ ਨਾਸ ਹੋ ਜਾਂਦੇ, ਖਤਮ ਹੋ ਜਾਂਦੇ ਹਨ। ਰਸਨਾ ਰਮਹੁ ਰਾਮ ਗੁਣ ਨੇਤ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਦੱਸਿਆ ਵੀ ਮਾਇਆ ਦੇ ਜੰਜਾਲ ਖਤਮ ਹੋ ਜਾਂਦੇ, ਹੱਥ ਪਵਿੱਤਰ ਹੋ ਜਾਂਦੇ ਝਟਪਟ ਹੀ। ਉਹ ਢੰਗ, ਉਹ ਤਰੀਕਾ ਵੀ ਤਾਂ ਦੱਸੋ। ਸੰਗਤਾਂ ਨੂੰ ਸੰਬੋਧਨ ਹੋ ਕੇ ਕਹਿੰਦਾ ਮੇਰੇ ਭਾਈ ਹੈ, ਮੇਰੇ ਮਿੱਤਰ ਸਾਧ ਸੰਗਤ ਜੀ। ਇੱਕ ਤਾਂ ਗੁਰੂ ਦਾ ਖਾਲਸਾ ਜੀ ਬੋਲ, ਗੁਰੂ ਦਾ ਸ਼ਬਦਾਵਲੀ ਬੜੀ ਪਿਆਰੀ ਹੈ। ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿੰਨੇ ਪਿਆਰ ਨਾਲ ਕਹਿ ਰਹੇ ਨੇ। ਆਵੋ ਸੰਤ ਪਿਆਰੇ ਹੋ, ਆ ਕਥ ਕੀ ਕਰਹਿ ਕਹਾਣੀ। ਸੰਤ ਗੁਰੂ ਕੇ ਪਿਆਰੇ ਹੋ ਸਿੱਖੋ। ਕਿੱਡੇ ਸੋਹਣੇ ਸੋਹਣੇ ਪਿਆਰ ਨਾਲ ਭਰੇ ਹੋਏ ਸ਼ਬਦ ਨੇ। ਐਵੇਂ ਨਹੀਂ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਬਹੁਤਾ ਮਿੱਠਾ ਬੋਲਦੇ।
ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਇੰਨਾ ਕੋ ਮਿੱਠਾ ਬੋਲਦੇ ਨੇ, ਕੋਈ ਖਾਲਸਾ ਜੀ ਮਨ ਵਿੱਚ ਗਰੂਰਤਾਂ ਰੱਖ ਕੇ ਈਰਖਾ ਰੱਖ ਕੇ ਆਵੇ, ਗੁਰੂ ਦਾ ਸ਼ਬਦ ਸੁਣਨ ਦੀ ਦੇਰ ਆ, ਚਰਨਾਂ 'ਚ ਢਹਿ ਪੈਂਦਾ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਬਣਾ ਲਓ, ਬਖਸ਼ ਲਓ। ਕਦੇ ਲਾਲ ਪੰਡਤ ਨੇ ਕਹਿਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਨੂੰ, ਐਡਾ ਵੱਡਾ ਨਾਮ ਰਖਾ ਲਿਆ, ਦੁਆਪਰ ਯੁੱਗ ਦੇ ਕ੍ਰਿਸ਼ਨ ਭਗਵਾਨ ਦੀ ਭਾਵੇਂ ਗੀਤਾ ਹੀ ਨਾ ਪੜ੍ਹਨੀ ਆਉਂਦੀ ਹੋਵੇ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਕਿਹਾ ਵੀ ਤੂੰ ਬੰਦਾ ਲੈ ਕੇ ਆ, ਛੱਜੂ ਝੌਰ ਨੂੰ ਲਿਆਂਦਾ, ਸਿਰ ਤੇ ਛੜੀ ਰੱਖੀ ਤੇ ਗੀਤਾ ਪੜ੍ਹਾਤੀ, ਨਾਲੇ ਅਰਥ ਕਰਾ ਦਿੱਤੇ। ਤੇ ਉਹ ਜਿਹੜਾ ਲਾਲ ਬ੍ਰਾਹਮਣ ਸੀ ਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਿੱਖ ਬਣ ਗਿਆ। ਬਾਅਦ ਵਿੱਚ ਉਹਨੇ ਅੰਮ੍ਰਿਤ ਛਕਿਆ, 10ਵੇਂ ਪਾਤਸ਼ਾਹ ਤੇ ਸ਼ਹੀਦੀਆਂ ਪਾਈਆਂ ਸੀ, ਗੁਰੂ ਤੇ ਬਣ ਜਾਂਦੇ। ਪਰ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਉਹ ਪ੍ਰੀਤ ਵਾਲੀ ਬਾਣੀ ਬੋਲ ਵਿਸਰ ਗਏ ਨੇ। ਟੂਟ ਪ੍ਰੀਤ ਗਈ ਬੁਰ ਬੋਲ, ਬੁਰਾ ਬੋਲਣ ਦੇ ਨਾਲ ਪ੍ਰੀਤਾਂ ਟੁੱਟ ਗਈਆਂ, ਸਭ ਇੱਕ ਤੋਂ ਦੂਜੇ ਤੋਂ ਦੂਜੇ ਤੋਂ ਤੀਜੇ ਦੂਰ ਹੋ ਗਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਆਪ ਜੀ ਦੱਸੋ ਇਹਦਾ ਕਾਰਨ, ਇਹਦਾ ਢੰਗ, ਹੱਥ ਕਿਵੇਂ ਪਵਿੱਤਰ ਹੁੰਦੇ, ਮਾਇਆ ਦੇ ਜੰਜਾਲ ਕਿਵੇਂ ਮਿਟਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਦੁਬਾਰਾ ਪੰਕਤੀ ਪੜਿਓ ਜੀ। ਰਸਨਾ ਰਮਹੁ ਰਾਮ ਗੁਣ ਨੇਤ। ਮਹਾਰਾਜ ਕਹਿੰਦੇ ਰਸਨਾ ਦੇ ਨਾਲ ਉਚਾਰਨ ਕਰੋ, ਰਸਨਾ ਰਮਹੁ, ਰਸਨਾ ਨਾਲ ਉਚਾਰਨ ਕਰੋ ਕੀ ਜੀ? ਰਾਮ, ਰਮੇ ਹੋਏ ਰਾਮ ਪਰਮਾਤਮਾ ਦੇ ਗੁਣ ਤੇ ਵਾਹਿਗੁਰੂ ਦਾ ਨਾਮ ਨਿਤਾ ਪ੍ਰਤੀ ਬੇਨਨ ਆਗੇ ਹਰ ਰੋਜ਼ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਰਸਨਾ ਨਾਲ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ। ਇਹ ਰਸਨਾ ਦਿੱਤੀ ਹੋਈ ਵਾਹਿਗੁਰੂ ਨੇ ਸਿਮਰਨ ਕਰਨ ਵਾਸਤੇ ਖਾਲਸਾ ਜੀ। ਮਹਾਰਾਜ ਕਹਿੰਦਾ ਨਾਮ ਜਪਿਆ ਕਰੋ, ਰਸਨਾ ਨਾਲ ਗੁਣ ਗਾਇਆ ਕਰੋ ਨਿਤਾ ਪ੍ਰਤੀ ਪਰਮਾਤਮਾ ਜੀਆਂ ਦੇ। ਸੁਖ ਪਾਵਹੁ ਮੇਰੇ ਭਾਈ ਮੇਤ। ਹੈ ਮੇਰੇ ਭਾਈਓ, ਹੈ ਮੇਰੇ ਮਿੱਤਰੋ, ਸਾਧ ਸੰਗਤ ਜੀ, ਤੁਸੀਂ ਨਿਤਾ ਪ੍ਰਤੀ ਸੁਖ ਪਾਓਗੇ, ਦੁੱਖ ਖਤਮ ਹੋ ਜਾਣਗੇ। ਖਾਲਸਾ ਜੀ ਗੁਰਬਾਣੀ ਦਾ ਫੈਸਲਾ ਹੈ ਕਿ ਦੁੱਖ ਤੇ ਸੁੱਖ ਦੇ ਦੋ ਕੱਪੜੇ ਨੇ ਜਿਹੜੇ ਧੁਰ ਦਰਗਾਹ ਤੋਂ ਇਨਸਾਨ ਨੂੰ ਪਾਉਣੇ ਪੈਂਦੇ ਆ, ਤੇ ਪਾਉਣੇ ਨੂੰ ਆਪਣੇ ਕਰਮਾਂ ਦੇ ਅਨੁਸਾਰ ਪੈਂਦੇ ਆ। ਭੈੜੇ ਕਰਮਾਂ ਦਾ ਕੱਪੜਾ ਦੁੱਖ ਆ, ਚੰਗੇ ਕਰਮਾਂ ਦਾ ਪਰਉਪਕਾਰ ਦਾ ਕੱਪੜਾ ਸੁੱਖ ਆ। ਜਦੋਂ ਖਾਲਸਾ ਜੀ ਭੈੜੇ ਮਾੜੇ ਕਰਮ ਮਾੜੀ ਸੰਗਤ ਕਰਕੇ ਉਹਦੇ ਹੁੰਦੇ ਨੇ, ਉਦੋਂ ਦੁੱਖ ਹੀ ਦੁੱਖ ਆ ਜਾਂਦੇ ਨੇ। ਤੇ ਜਦੋਂ ਸਤ ਸੰਗਤ ਕਰਦੇ ਆ, ਚੰਗੇ ਕਰਮ ਉਹਦੇ ਹੁੰਦੇ ਨੇ, ਉਦੋਂ ਸੁੱਖ ਹੀ ਸੁੱਖ ਆ ਜਾਂਦੇ ਨੇ, ਸੁੱਖ ਹੀ ਸੁੱਖ ਆ ਜਾਂਦੇ ਨੇ। ਕਈ ਵਾਰ ਇਨਸਾਨ ਨੂੰ ਦੁੱਖ ਆਉਂਦੇ ਨੇ ਤੇ ਕਈ ਤਾਂ ਬਹੁਤੇ ਘਬਰਾ ਜਾਂਦੇ ਆ। ਕਈਆਂ ਨੂੰ ਜਦੋਂ ਦੁੱਖ ਆਉਂਦੇ ਨੇ ਤਾਂ ਦੂਸਰੇ ਤੇ ਉਂਗਲ ਕਰਕੇ ਕਹਿੰਦਾ ਵੀ ਇਹਨੇ ਦਿੱਤੇ ਆ। ਜਦੋਂ ਸੁੱਖ ਆਉਂਦੇ ਨੇ ਉਂਗਲ ਆਪਣੇ ਵੱਲ ਕਰਦਾ ਵੀ ਆ ਵੇਖਿਆ ਮੈਂ ਇਸ ਤਰ੍ਹਾਂ ਕੀਤਾ, ਮਿਲੇ ਨਾ ਸੁੱਖ, ਮਿਲੇ ਨਹੀਂ ਆ ਚੀਜ਼, ਆਨੰਦ ਆ ਗਿਆ। ਕੁਝ ਪ੍ਰਾਪਤੀ ਉਂਗਲ ਆਪਣੇ ਵੱਲ ਕਰ ਲੈਂਦਾ ਆ, ਤੇ ਜਦੋਂ ਕੁਝ ਗਵਾਚ ਦਾ ਦੁੱਖ ਮਿਲਦਾ ਤੇ ਇੱਕ ਉਂਗਲ ਦੂਜੇ ਵੱਲ, ਤੇ ਤਿੰਨ ਆਪਣੇ ਵੱਲ ਹੀ ਹੁੰਦੀਆਂ ਨੇ। ਉਹ ਖਿਆਲ ਨਹੀਂ ਕਰਦਾ, ਪਰ ਇੱਕ ਉਂਗਲ ਦੂਜੇ ਵੱਲ ਕਰਦਾ, ਇਹਨੇ ਮੈਨੂੰ ਦੁੱਖ ਦਿੱਤਾ ਆ। ਪਰ ਅਸਰ ਤੇ ਸਤਿਗੁਰੂ ਮਹਾਰਾਜ ਕਹਿੰਦਾ ਦਾਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਭਾਈ ਗੁਰਦਾਸ ਸਾਹਿਬ ਜੀਆਂ ਨੂੰ ਪੁੱਛ ਲਿਆ, ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਦੱਸੋ ਵੀ ਜੇ ਦੁੱਖ ਆ ਜਾਏ, ਕਈ ਤਾਂ ਡੋਲ ਜਾਂਦੇ ਨੇ, ਰੱਬ ਤੋਂ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਕੀ ਕਰਨਾ ਚਾਹੀਦਾ? ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦਾ ਦੁੱਖ ਤੇ ਸੁੱਖ ਦੀਆਂ ਦੋਵੇਂ ਘਾਟੀਆਂ ਨੇ, ਬਸ ਫਰਕ ਇੰਨਾ ਆ ਕਿ ਵੀ ਦੁੱਖ ਇਸ ਤਰ੍ਹਾਂ ਦਾ ਹੁੰਦਾ ਆ ਜਿਵੇਂ ਪਹਾੜ ਨੂੰ ਉੱਪਰ ਨੂੰ ਚੜ੍ਹਨਾ ਹੁੰਦਾ ਆ, ਤੇ ਸੁੱਖ ਇਸ ਤਰ੍ਹਾਂ ਦਾ ਹੁੰਦਾ ਤੇਰਾ ਪਹਾੜ ਤੋਂ ਥੱਲੇ ਨੂੰ ਛੇਤੀ ਨਾਲ ਆ ਜਾਣਾ ਹੁੰਦਾ ਹੈ। ਸੁੱਖਾਂ ਵਿੱਚ ਸਮਾਂ ਲੰਘਦਾ ਬਤੀਤ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਗਿਆ। ਦੁੱਖਾਂ ਦੇ ਵਿੱਚ ਸਮਾਂ ਲੰਘਦਾ ਨਹੀਂ, ਇੱਕ ਇੱਕ ਸਕਿੰਟ, ਇੱਕ ਇੱਕ ਮਿੰਟ ਖਾਲਸਾ ਜੀ ਸਾਲਾਂ ਯੁੱਗਾਂ ਵਰਗਾ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ, ਕਹਿੰਦੇ ਨੇ ਜੈਸੇ ਚਾਕ ਪਾਟੀ, ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ, ਜਾਤ ਕਾਲਾ ਕੀਏ ਲੀਏ ਜਾਤ ਅੰਚਿਤ ਅਚਿੰਤ ਹੀ।
जस गाच केहर न बालकीय बास होत, जतन का आनियत सम्मत सम्मत ही। जैसे सरता प्रबल देखत ध्यान रूप, करव में चढ़ पार उतर तुरत ही। तैसे दुख सुख बहु बिखम संसार बिखा, गुर उपदेश जल जल जाए कत ही। भाई गुरदास साहब प्रमाण ਵੇਖੋ ਬਾ ਕਮਾਲ ਦੇ ਨੇ ਭਾਈ ਸਾਹਿਬ ਜੀਆਂ ਦੇ। ਆਪਾਂ ਨਾ ਪੜ੍ਹਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ, ਦਸਮ ਗ੍ਰੰਥ ਸਾਹਿਬ ਜੀਆਂ ਨੂੰ, ਭਾਈ ਗੁਰਦਾਸ ਸਾਹਿਬ ਨੰਦ ਲਾਲ ਜੀਆਂ ਦੀਆਂ ਰਚਨਾਵਾਂ ਨੂੰ, ਹੋਰ ਗੁਰੂ ਕੇ ਸਿੱਖਾਂ ਦੇ ਲਿਖੇ ਇਤਿਹਾਸਾਂ ਨੂੰ। ਜ਼ਿੰਦਗੀ ਦਾ ਕੋਈ ਵੀ ਆਸਾ ਸਵਾਲ ਨਹੀਂ ਜਿਹਦਾ ਉੱਤਰ ਖਾਲਸਾ ਜੀ ਸਾਨੂੰ ਨਾ ਮਿਲੇ। ਪਰ ਆਪਾਂ ਦਾ ਸੁਭਾਅ ਬਣ ਗਿਆ ਵੀ ਆਪਾਂ ਮਿਹਨਤ ਕਰਨ ਨੂੰ ਕੀ ਕਰਨੀ ਆ, ਮਿਹਨਤ ਕੀਤੇ ਘਤਾਏ ਵਾਲੇ ਤੋਂ ਖਾਲਸਾ ਜੀ ਛਕ ਛਕਾ ਲਈਏ। ਸੁਭਾਅ ਇਸ ਤਰ੍ਹਾਂ ਦਾ ਬਣ ਗਿਆ। ਜੇ ਆਪਾਂ ਫਲਾਣੇ ਨੂੰ ਪੁੱਛਿਆ ਕੌਣ ਸੀ ਫਲਾਣਾ, ਉਹ ਸਿਆਣਾ ਸੀ। ਉਹ ਸਿਆਣੇ ਨੇ ਤੇ ਆਪਣੇ ਆਪ ਸਿਆਣਾ ਬਣਨਾ ਸੀ ਜਦੋਂ ਆਪਾਂ ਆਪ ਮੂਰਖ ਬਣ ਗਏ। ਉਹ ਸਿਆਣਾ ਸਿਆਣਾ ਨਹੀਂ ਹੁੰਦਾ, ਅਕਲ ਉਨੀ ਹੁੰਦੀ ਜਿਹਨੇ ਰੱਬ ਨੇ ਦਿੱਤੀ ਹੈ। ਪਰ ਜਦੋਂ ਆਪਾਂ ਉਹਦੇ ਤੇ ਛੱਡ ਦਿੰਦੇ, ਆਪ ਹੱਥ ਜੋੜ ਦਿੰਦੇ, ਮੈਨੂੰ ਪਤਾ ਨਹੀਂ ਤੁਸੀਂ ਦੱਸੋ, ਉਹ ਸਿਆਣਾ ਸਿਆਣਾ ਬਣ ਜਾਂਦਾ, ਆਪਾਂ ਅਣਜਾਣ ਬਣ ਜਾਂਦੇ ਆ। ਆ ਪੜ੍ਹ ਲਓ ਭਾਈ ਗੁਰਦਾਸ ਸਾਹਿਬ ਨੂੰ। ਭਾਈ ਸਾਹਿਬ ਜੀ ਕਹਿੰਦਾ ਜਿਵੇਂ ਚੱਕੀ ਦਾ ਪੁੜ, ਵੱਡੀਆਂ ਵੱਡੀਆਂ ਚੱਕੀਆਂ ਦੇ ਵੱਡੇ ਵੱਡੇ ਪੁੜ, 2-2 4-4 ਕੁਇੰਟਲ ਵਾਲੇ ਪੁੜੇ ਤੋਂ ਵੀ ਭਾਰੀ ਵਜਨੀ ਪੁੜ। ਭਾਈ ਸਾਹਿਬ ਜੀ ਕਹਿੰਦੇ ਜੇ ਚੱਕੀ ਦਾ ਵੱਡਾ ਭਾਰੀ ਪੁੜ ਹੋਵੇ, ਕੋਈ ਇਨਸਾਨ ਕਹੇ ਮੈਨੂੰ ਚੁੱਕ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਮਿੱਥੀ ਥਾਂ ਤੇ ਰੱਖ ਦਿਆਂ, ਤੇ ਕੱਲੇ ਬੰਦੇ ਕੋ ਚੁੱਕਿਆ ਨਹੀਂ ਜਾਣਾ, ਉਹ ਭਾਰਾ ਬੜਾ। ਜੇ ਕੋਈ ਕੁਇੰਟਲ ਚੁੱਕਣ ਵਾਲਾ ਤਾਂ ਹੋ ਸਕਦਾ ਪੁੜ 5 ਕੁਇੰਟਲ ਦਾ ਹੋਵੇ, ਕੱਲੇ ਕੋ ਚੁੱਕਿਆ ਨਹੀਂ ਜਾਣਾ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦਾ ਨਿਰਾਸ਼ ਨਾ ਹੋਵੀਂ। ਇਹਦਾ ਮਤਲਬ ਇਹ ਨਹੀਂ ਕਿ ਤੂੰ ਤੇਰੇ ਕੋ ਕੱਲੇ ਕੋ ਚੁੱਕਿਆ ਨਹੀਂ ਗਿਆ, ਤੈਨੂੰ ਚੁੱਕਿਆ ਹੀ ਨਹੀਂ ਜਾਣਾ। ਕਹਿੰਦੇ ਇਹਦੇ ਚ ਜੁਗਤੀ ਚ ਮੁਕਤੀ ਹੋਈ ਆ। ਇੱਕ ਡੰਡਾ ਲਿਆਓ, ਰਸੇ ਨਾਲ ਬੰਨ ਦੋ ਪੁੜ ਦੇ ਨਾਲ, 5-7-10 ਜਣੇ ਇਧਰੋਂ ਫੜੋ, 5-7-10 ਜਣੇ ਇਧਰੋਂ ਫੜੋ। ਜੇ ਤੋਂ ਵੀ ਭਾਰਾ ਤੇ ਕਰੇਨ ਨਾ ਝੁਕਾ ਦਿਓ ਤੇ ਮਿੱਥੀ ਥਾਂ ਤੇ ਸੁਰੱਖਿਅਤ ਜਗ੍ਹਾ ਤੇ ਰੱਖ ਦੇ, ਚੁੱਕਿਆ ਗਿਆ ਨਾ ਜੀ। ਜੁਗਤੀ ਤਾਂ ਹੈ ਹੀ ਹੈ। ਦੂਸਰਾ ਬਚਨ ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਹਾਥੀ ਤੇ ਸ਼ੇਰ ਬਲ ਦੇ ਨਾਲ ਨਹੀਂ ਫੜੇ ਜਾਂਦੇ। ਜੇ ਕੋਈ ਆਖੇ ਨਾ ਮੈਂ ਬਲ ਦੇ ਨਾਲ ਫੜ ਲਾਂ, ਬਲ ਦੇ ਨਾਲ ਨਹੀਂ ਫੜੇ ਜਾਣਗੇ, ਇਹਨਾਂ ਨੇ ਫੜਨ ਵਾਲੇ ਨੂੰ ਮਾਰ ਦੇਣਾ। ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਇੰਨੀ ਕਿਰਪਾ ਹੋਈ ਆ, ਗੁਰੂ ਕੇ ਖਾਲਸੇ ਤੇ ਖਾਲਸਾ ਜੀ। ਭਾਈ ਸਾਹਿਬ ਹਰੀ ਸਿੰਘ ਨਲੂਏ ਨੇ ਹੱਥ ਨਾ ਚੀਰਤਾ ਸ਼ੇਰ। ਬਾਬਾ ਬਚਿੱਤਰ ਸਿੰਘ ਜੀਆਂ ਨੇ ਗੁਰੂ ਦੀ ਬਖਸ਼ੀ ਨਾਗਣੀ ਨਾਲ 7 ਤਵੇ ਵਿਨ ਹਾਥੀ ਦਾ ਮੱਥਾ ਹੀ ਵਿਨਤਾ ਚੀਰ। ਇਹ ਬਲ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਦੇ ਦਿੰਦੇ। ਥੋੜਾ ਜਿਹਾ ਰੁਕ ਲਾਂ ਇੱਥੇ ਮੈਂ। ਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਖਾਲਸਾ 'ਚ ਬੜਾ ਵਿਚਾਰ ਅੱਜ ਕੱਲ ਚੱਲ ਰਹੀ ਆ ਕਿ ਵੀ ਹਾਥੀ ਦੇ ਆ ਮੱਥੇ ਤੇ ਨਾਗਣੀ ਨਹੀਂ ਸੀ ਮਾਰੀ, ਜੇ ਅੱਖ 'ਚ ਮਾਰੀ ਸੀ। ਜੇ ਕਹੀਏ ਨਹੀਂ ਜੀ ਇਤਿਹਾਸ ਮੱਥੇ ਤੇ ਤਵਿਆਂ ਨੂੰ ਚੀਰਦਾ ਹੁੰਦਾ ਆ, ਸੁਣਿਆ ਆ, ਪੜ੍ਹਿਆ ਆ, ਤਾਂ ਅੱਗੋਂ ਕਹਿੰਦਾ ਵੀ ਤੈਨੂੰ ਨਾਗਣੀ ਦਈਏ ਤੇ ਇੱਕ ਤਵਾ ਚੀਰ ਦੇਗਾ। ਆਪਾਂ ਕਮਜ਼ੋਰ ਜਿਹੇ ਹੁੰਨੇ ਆ, ਨਹੀਂ ਜੀ ਮੇਰੇ ਕੋ ਨਹੀਂ ਚੀਰਿਆ ਜਾਣਾ। ਉਹ ਭਲਿਆ ਤੇਰੇ ਵਰਗਾ ਹੀ ਉਸ ਤਰ੍ਹਾਂ ਦਾ ਸਿੱਖ ਸੀ ਬਚਿੱਤਰ ਸਿੰਘ। ਜੇ ਤੂੰ ਨਹੀਂ ਚੀਰ ਸਕਦਾ ਇੱਕ ਤਵਾ, ਉਹ 7 ਕਿਵੇਂ ਚੀਰ ਗਿਆ? ਉਹ ਨਹੀਂ ਉਹ ਭਰਾਵੋ, ਗੱਲ ਉਥੇ ਬਾਬਾ ਬਚਿੱਤਰ ਸਿੰਘ ਦੀ ਵੀ ਹੈ, ਪਰ ਉਥੇ ਖਾਲਸਾ ਜਿਹੜੇ ਪਿੱਛੇ ਖੜੇ ਨੇ ਨਾ, ਸਿਰ ਤੇ ਖੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਨਾਗਣੀ ਵਰਸ਼ਾ ਦਿੱਤਾ, ਲੈ ਕੇ ਆਪਣੇ ਹਸਤ ਕਮਲਾਂ 'ਚ ਟੇਕ ਕੇ ਮੱਥਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਸੋਧਿਆ ਅਰਦਾਸਾ। ਖਾਲਸਾ ਜੀ ਮਾਰੀ ਛਾਲ ਮਾਰੀ, ਪਲਾਕੀ ਚੜਿਆ ਘੋੜੇ ਤੇ ਛੱਡਿਆ ਜੰਕਾਰਾ, ਖੁੱਲਿਆ ਗੇਟ, ਮੈਦਾਨੇ ਰਣ ਵਿੱਚ ਉਤਰਿਆ ਗੁਰੂ ਕਾ ਸ਼ੇਰ। ਤੇ ਜਦੋਂ ਅੱਗੋਂ ਖਾਲਸਾ ਜੀ ਸ਼ਰਾਬ ਨਾਲ ਮਸਤ ਝੂਮਦਾ ਹਾਥੀ, ਉਹ ਸਰੀਰ ਤੇ ਬੱਧੇ ਨੇ ਲੋਹੇ ਦੇ ਫਲਾਦ ਦੇ ਤਵੇ, ਮੱਥੇ ਤੇ ਬੱਧੇ 7 ਤਵੇ, ਸੁੰਨ ਵਿੱਚ ਬੱਧਿਆ 2 ਧਾਰਾ ਖੰਡਾ, ਹਾਥੀ ਚੰਗਾਰਾਂ ਪਾਉਂਦਾ ਹੁੰਦਾ। ਇਧਰੋਂ ਗੁਰੂ ਕਾ ਸ਼ੇਰ ਲਲਕਾਰੇ ਜੰਕਾਰੇ ਛੱਡਦਾ ਜਾਂਦਾ। ਮੈਨੂੰ ਨਾ ਇੱਕ ਕਵੀ ਦਾ ਬਚਨ ਚੇਤੇ ਆ ਗਿਆ, ਕਹਿੰਦਾ ਸ਼ੇਰ ਤੇ ਸਿੰਘ ਨਾਮ ਇੱਕੋ, ਦੋਵੇਂ ਭੈ ਨਾ ਕਿਸੇ ਤੋਂ ਖਾਣ ਵਾਲੇ। ਕਈ ਮਜ਼ਾਕ ਕਰਦੇ ਨਾ ਜੇ ਤੁਸੀਂ ਸ਼ੇਰ ਆ ਤਾਂ ਤੁਹਾਡੀ ਪੂੰਛ ਕਿੱਥੇ ਆ? ਪਰ ਨਹੀਂ, ਉਹ ਭਰਾਵਾ ਗੁਣ ਨੇ। ਸਿੰਘ ਤੇ ਸ਼ੇਰ ਨਾਮ ਇੱਕੋ, ਦੋਵੇਂ ਭੈ ਨਾ ਕਿਸੇ ਤੋਂ ਖਾਣ ਵਾਲੇ। ਸ਼ੇਰ ਗਰਜੇ
ਤੇ ਸਿੰਘ ਜੈਕਾਰ ਬੋਲੇ। ਉਹ ਜੰਗਲ ਤੇ ਉਹ ਤਹਿਤ ਪੁਰੀ ਬਹਾਨ ਵਾਲੇ ਸਿੰਘ ਤੇ ਸ਼ੇਰ ਦੋਨੋਂ ਜਾਣਿਆਂ ਦਾ ਇਹ ਫਰਕ ਦੱਸਿਆ ਕਿ ਉਹ ਸ਼ੇਰ ਗਰਜਦਾ ਹੈ, ਸਿੰਘ ਜੰਕਾਰੇ ਛੱਡਦਾ ਹੈ। ਸ਼ੇਰ ਦਾ ਰਾਜ ਮਿਰਗਾਵਲੀ ਤੇ, ਸ਼ੇਰ ਦਾ ਰਾਜ ਹਰਨਾਂ ਤੇ ਜੰਗਲੀ ਜਾਨਵਰਾਂ ਤੇ ਗੁਰੂ ਕੇ ਖਾਲਸੇ ਦਾ ਰਾਜ 3 ਲੋਕਾਂ ਤੇ। ਸ਼ੇਰ ਤੇ ਸਿੰਘ ਦਾ ਫਰਕ ਇੱਕੋ, ਸ਼ੇਰ ਨਿਤ ਗਰੀਬਾਂ ਨੂੰ ਮਾਰ ਕੇ ਖਾਂਦਾ ਹੈ, ਸਿੰਘ ਆਪਣਾ ਆਪ ਕੁਰਬਾਨ ਕਰਕੇ ਜਾਨਾਂ ਲੱਖਾਂ ਦੇ ਤਾਈਂ ਬਚਾਉਂਦਾ ਹੈ। ਇਹ ਫਰਕ ਆ ਸਾਡੇ ਸਿੰਘਾਂ ਦੇ ਵਿੱਚ ਤੇ ਸ਼ੇਰ ਵਿੱਚ। ਲਓ ਗੁਰੂ ਕਲਗੀਧਰ ਪਾਤਸ਼ਾਹ ਦਾ ਸ਼ੇਰ ਮੈਦਾਨ ਵਿੱਚ ਉਤਰਿਆ, ਉਧਰੋਂ ਦੁਸ਼ਮਣਾਂ ਦਾ ਹਾਥੀ ਉਤਰਿਆ। ਹਾਥੀ ਚੰਗਾਰਾਂ ਪਾਉਂਦਾ ਮਸਤ ਹੋਇਆ ਸ਼ਰਾਬ ਵਿੱਚ, ਇਧਰ ਨਾਮ ਦੀ ਰੰਗਤ ਵਿੱਚ ਰੰਗਿਆ ਹੋਇਆ ਗੁਰੂ ਕਾ ਥਾਪੜਾ ਲਿਆ ਹੋਇਆ, ਘੋੜੇ ਉੱਪਰ ਜੰਕਾਰੇ ਤੇ ਜੰਕਾਰਾ ਛੱਡਦਾ ਹੋਇਆ ਗੁਰੂ ਕਾ ਲਾਲ ਅੱਗੇ ਨੂੰ ਵਧਿਆ। ਜਦੋਂ ਹਾਥੀ ਦੇ ਨੇੜੇ ਆਇਆ, ਖਿੱਚੀਆਂ ਘੋੜੇ ਦੀਆਂ ਲਗਾਮਾਂ, ਘੋੜੇ ਨੇ ਆਪਣੇ ਅਗਲੇ ਚਰਨ ਚੁੱਕੇ, ਰਕਾਬਾਂ ਤੇ ਪੱਬਾਂ ਤੇ ਖੜੇ ਹੋ ਕਰਕੇ ਛੱਡ ਕੇ ਜੰਕਾਰਾ ਮਾਰਿਆ, ਨਾਗਣੀ ਵਰਸ਼ਾ। ਡਾਕਟਰ ਵੀਰ ਸਿੰਘ ਲਿਖਦੇ ਨੇ, ਕਹਿੰਦਾ ਕਿ ਉਹ ਵਰਸ਼ਾ ਤਵਿਆਂ ਨੂੰ ਚੀਰਦਾ, ਮੱਥੇ ਨੂੰ ਚੀਰਦਾ ਹੋਇਆ 1.5 ਫੁੱਟ ਮੱਥਾ ਹਾਥੀ ਮੱਥੇ ਵਿੱਚ ਹਾਥੀ ਦੇ ਲੰਘ ਗਿਆ ਸੀ। ਤੇ ਹਾਥੀ ਨੂੰ ਫਿਰ ਉਹ ਵਰਸ਼ੇ ਨੂੰ ਭਾਈ ਸਾਹਿਬ ਨੇ ਐਵੇਂ ਹਿਲਾਇਆ ਜਿਵੇਂ ਮਧਾਣੀ ਨੂੰ ਹਿਲਾਈਦਾ ਹੈ, ਤੇ ਵਰਸ਼ਾ ਖੇਜਾ ਲਹੂ ਦੀ ਤਤੀਰੀ ਨਿਕਲੀ। ਹਾਥੀ ਚੰਗਾਰਾ ਮਾਰਦਾ ਪਗਲਾ ਜਾ ਹੋਇਆ, ਪਤਾ ਹੀ ਨਹੀਂ ਗਾਂ ਨੂੰ ਜਾਣਾ, ਪਿਛਾਂ ਨੂੰ ਮੁੜ ਪਿਆ। ਆਪਣੀਆਂ ਫੌਜਾਂ ਨੂੰ ਮਾਰਦਾ ਸਤਲੁਜ ਦਰਿਆ 'ਚ ਡਿੱਗ ਕੇ ਮਰਿਆ। ਮੈਂ ਤਾਂ ਹੁਣ ਪ੍ਰਮਾਣ ਦੇਣੇ ਨੇ, ਜਿਹੜੇ ਕਹਿੰਦੇ ਨੇ ਇਸ ਤਰ੍ਹਾਂ ਹੋ ਨਹੀਂ ਸਕਦਾ। ਉਹ ਗੁਰਬਾਣੀ ਤੇ ਨਿਸ਼ਚਾ ਰੱਖੋ, ਭਰੋਸਾ ਰੱਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਮਸਕੰ ਪਗਨੰਤ ਸੈਲੰ ਤਰੰਤ ਪਪੀਲ ਕਾ ਤਰੰਤ ਕਰਦਮੰ। ਜੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਦੇਣ, ਗੁਰੂ ਅਰਜਨ ਸਾਹਿਬ ਕਹਿੰਦੇ ਸੰਸਕ੍ਰਿਤੀ ਦੇ ਵਿੱਚ ਕਿ ਜੇ ਮੱਛਰ ਦੇ ਉੱਪਰ ਕਿਰਪਾ ਕਰ ਦੇਣ, ਮੱਛਰ ਪਹਾੜ ਨੂੰ ਟੱਕਰ ਮਾਰੇ, ਪਹਾੜ ਚਕਨਾ ਚੂਰ ਕਰ ਦੇ, ਤੇ ਜੇ ਕੀੜੀ ਤੇ ਕਿਰਪਾ ਕਰ ਦੇਣ ਤੇ ਕੀੜੀ ਪਤਲੇ ਪਾਣੀ ਵਰਗੇ ਗਾਰੇ ਦੇ ਸਮੁੰਦਰ ਤੋਂ ਪਾਰ ਹੋ ਜਾਏ, ਤਰ ਗਏ, ਫਸੇ ਹੀ ਨਾ। ਇਹ ਗੁਰੂ ਦੀ ਕਿਰਪਾ ਹੈ। ਤੇ ਉਹ ਜਿਹੜਾ ਖਾਲਸਾ ਜੀ ਰੱਬ ਇਹ ਕਿਰਪਾ ਕਰ ਸਕਦਾ, ਉਸੇ ਰੱਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਬਾਬਾ ਬਚਿੱਤਰ ਸਿੰਘ ਨੂੰ ਦਿੱਤਾ ਹੋਵੇ ਵਰਸ਼ਾ। ਉਹ 7 ਤਵਿਆਂ ਦੀ ਕੀ ਗੱਲ ਕਰਦੇ ਹੋ, ਤੇ ਬ੍ਰਹਮਾਂਡ ਵਿੰਨਦਾ ਹੈ। ਗੁਰਬਾਣੀ ਵਿੱਚ ਇੱਕ ਹੋਰ ਪ੍ਰਮਾਣ ਸੁਣ ਲਓ। ਭਗਤ ਨਾਮਦੇਵ ਜੀ ਕਹਿੰਦੇ, ਰੱਬ ਨਾ ਆਇਆ ਜਦੋਂ 7.5 ਘੜੀਆਂ ਬਤੀਤ ਹੋ ਗਈਆਂ, ਤੇ ਰੱਬ ਆਇਆ ਹੀ ਨਾ। 7.5 ਘੜੀਆਂ ਦਾ ਟਾਈਮ ਦਿੱਤਾ ਸੀ ਕਿ ਜੇ ਤੇਰਾ ਰੱਬ ਆ ਗਿਆ, ਤੈਨੂੰ ਬਚਾ ਲਿਆ ਤੇ ਵਾਹ ਭਲਾ। ਰਾਜੇ ਨੇ ਭਗਤ ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ, ਫੜ ਲਿਆ ਸੀ। ਉਥੇ ਭਗਤ ਨਾਮਦੇਵ ਜੀ ਨੇ ਗੁਰਬਾਣੀ 'ਚ ਲਿਖਿਆ, 7 ਘੜੀ ਜਦ ਬੀਤੀ ਸੁਣੀ ਅਜੋ ਨੂੰ ਆਇਓ ਤੇਰ ਭਵਨ ਧਣੀ, ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਇਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਹੁਣ ਆ ਗਿਆ ਮਾਲਕ, ਕੀ ਕਹਿੰਦਾ, ਕਹੇ ਹੈ ਤਾਂ ਧਰਣਾ ਕੋਡੀ ਕਰੂੰ, ਜੇ ਕਹੇ ਤਾਂ ਧਰਤੀ ਟੇਢੀ ਕਰਦਾ, ਤੜਾਵਾਂ ਖਿੱਚਦਾ, ਸਾਰੇ ਜੀਵ ਜੰਤੂ ਸਮੁੰਦਰ 'ਚ ਡੋਬ ਕੇ ਮਾਰਦਾ। ਕਹੇ ਤਾਂ ਲੈ ਕਰੂੰ ਉੱਪਰ ਧਰੂ, ਜੇ ਕਹੇ ਤਾਂ ਧਰਤੀ ਚੁੱਕ ਕੇ ਰਾਜ ਮਹੱਲਾਂ ਦੇ ਉੱਪਰ ਰੱਖ ਕੇ ਫੌਜਾਂ ਰਾਜੇ ਥੱਲੇ ਦੇ ਕੇ ਮਾਰ ਦਿਆਂ। ਕਹੇ ਤਾਂ ਮੂਈ ਗਊ ਦੇਹੋਂ ਜੀ ਆਏ, ਸਭ ਕੋ ਦੇਖਿਆ ਪਤੀ ਆਏ। ਕਹੇ ਤਾਂ ਮਰੀ ਗਾਂ ਚੂੰਦੀ ਕਰਦਾ, ਨਾਮਾ ਪਰਣਵੈ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ। ਮਾਰਾ ਧਰਤੀ ਨਾ ਮੋਦੀ ਕਰਿਓ, ਰਾਜ ਮਹੱਲ ਤੇ ਨਾ ਰੱਖਿਓ, ਆ ਗਾਂ ਜੂੰਦੀ ਕਰ ਦਿਓ। ਉਹ ਜਿਹੜਾ ਰੱਬ ਇਹ ਗੱਲ ਭਗਤ ਨਾਮਦੇਵ ਜੀ ਨੂੰ ਕਹਿ ਰਿਹਾ ਵੀ ਧਰਤੀ ਪੁੱਠੀ ਕਰਦੇ ਆ, ਧਰਤੀ ਚੋਕੇ ਰਾਜ ਮਹੱਲਾਂ ਤੇ ਰੱਖ ਕੇ ਫੌਜਾਂ ਰਾਜਾ ਥੱਲੇ ਦੇ ਕੇ ਮਾਰਦੇ ਆ, ਉਹ ਰੱਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਬਚਿੱਤਰ ਸਿੰਘ ਨੂੰ ਨਾਗਣੀ ਦੇਵੇ। ਉਹ 7 ਤਵੇ ਹਾਥੀ ਦਾ ਮੱਥਾ ਕਿੱਡੀ ਕੋਈ ਵੱਡੀ ਗੱਲ ਹੈ। ਭਰੋਸਾ ਰੱਖੋ ਗੁਰਬਾਣੀ ਤੇ, ਸਭ ਕੁਝ ਹੋ ਜਾ। ਮੈਂ ਤਾਂ ਆਪਣੇ ਮਨ 'ਚ ਇੱਥੋਂ ਤੱਕ ਸੋਚਦਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਤੀਲਾ ਦਿੱਤਾ ਹੁੰਦਾ ਨਾ, ਤੀਲਾ ਹੀ, ਤੇ ਬਾਬਾ ਬਚਿੱਤਰ ਸਿੰਘ ਉੱਥੋਂ ਹੀ ਕਿਲੇ ਦੇ ਵਿੱਚੋਂ ਇਸ ਤਰ੍ਹਾਂ ਕਰਕੇ ਛੱਡ ਦਿੰਦੇ, ਤੇ ਉਹ ਤੀਲੇ ਨੇ ਖਾਲਸਾ ਜੀ ਸਭ ਕੁਝ ਚੀਰ ਦੇਣਾ ਸੀ, ਬ੍ਰਹਮਾਂਡ ਵਿੰਨ ਦੇਣੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿੱਛੇ ਖੜੇ ਨੇ। ਤਾਂ ਬਚਨ ਆ ਰਹੇ ਸਨ ਖਾਲਸਾ ਜੀਓ, ਸਿੰਘ ਤੇ ਸ਼ੇਰ ਦਾ ਫਰਕ ਇੱਕੋ, ਸ਼ੇਰ ਨਿਤ ਗਰੀਬਾਂ ਨੂੰ ਖਾਂਦਾ ਏ, ਸਿੰਘ ਆਪਣਾ ਆਪ ਕੁਰਬਾਨ ਕਰਕੇ ਜਾਨਾਂ ਲੱਖਾਂ ਦੇ ਤਾਈਂ ਬਚਾਉਂਦਾ ਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਭਾਈ ਗੁਰਦਾਸ ਸਾਹਿਬ ਦਾ ਬਚਨ ਆ ਰਿਹਾ ਸੀ ਕਿ ਸ਼ੇਰ ਤੇ ਹਾਥੀ ਨੂੰ ਕੋਈ ਬਲ ਕਰਕੇ ਪਕੜ ਨਹੀਂ ਸਕਦਾ, ਨਿਰਾਸ਼ ਨਾ ਹੋਇਓ। ਕਹਿੰਦੇ ਜੁਗਤੀ ਨਾਲ ਸ਼ੇਰ ਹਾਥੀ ਵੀ ਫੜੇ ਗਏ, ਅੱਜ ਸਰਕਸਾਂ 'ਚ ਕੰਮ ਕਰਦੇ ਨੇ। ਤੇ ਖਾਲਸਾ ਜੀ ਉਹ ਅਖੀਰ ਤੇ ਭਾਈ ਗੁਰਦਾਸ ਤੀਸਰਾ ਬਚਨ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੀ ਨਦੀ ਵਿੱਚ ਪਾਣੀ ਹੜ੍ਹ ਦਾ ਆ ਗਿਆ, ਬਹੁਤ ਤੇਜ਼ ਘੁੰਮਣ ਘਾਰੀਆਂ ਛੱਲਾਂ ਪੈਣ ਲੱਗੀਆਂ ਨੇ, ਪਾਰ ਜਾਣਾ ਤਰਿਆ ਨਹੀਂ ਜਾਣਾ, ਨਿਰਾਸ਼ ਨਾ ਹੋਇਓ। ਕਹਿੰਦਾ ਬੇੜੀ ਲੈ ਲਿਓ, ਬੇੜੀ 'ਚ ਬੈਠ ਕੇ ਇਸ ਪਾਣੀ ਦੇ ਤੇਜ਼ ਵਹਾਅ ਤੋਂ ਤੁਸੀਂ ਸੁਖੈਨ ਹੀ ਪਾਰ ਹੋ ਜਾਓਗੇ। ਅਖੀਰ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਤੈਸੇ ਦੁੱਖ ਸੁਖ ਬਹੁ ਬਿਖਮ ਸੰਸਾਰ ਬਿਖੈ, ਗੁਰ ਉਪਦੇਸ਼ ਜਲ ਜਲ ਜਾਇ ਕਤ ਹੀ। ਐਵੇਂ ਦੁੱਖ ਸੁੱਖ ਦੀਆਂ ਦੋ ਘਾਟੀਆਂ ਸੰਸਾਰ ਵਿੱਚ ਬਹੁਤ ਵੱਡੀਆਂ ਨੇ। ਗੁਰੂ ਦਾ ਉਪਦੇਸ਼ ਮੰਨ ਕਰਕੇ ਇਹਨਾਂ ਦੋਹਾਂ ਸੁੱਖਾਂ ਤੇ ਦੁੱਖਾਂ ਤੋਂ ਆਪਾਂ ਪਾਰ ਹੋ ਕੇ ਨਿਰੰਕਾਰ ਨਾਲ ਜੁੜ ਕੇ ਮਨੁੱਖਾ ਜਨਮ ਆਪਾਂ ਸਫਲ ਕਰ ਸਕਦੇ ਹਾਂ। ਪੰਕਤੀ ਦੁਬਾਰਾ ਪੜਿਓ ਜੀ। ਸੁਖ ਪਾਵਹੁ ਮੇਰੇ ਭਾਈ ਮੇਤ, ਹੈ ਮੇਰੇ ਭਾਈ ਹੈ ਮੇਰੇ ਮਿੱਤਰ, ਸੁਖ ਪਾਵੋਗੇ ਜੇ ਨਾਮ ਜਪੋਗੇ, ਪਰਮਾਤਮਾ ਜੀਆਂ ਦਾ ਸਿਮਰਨ ਕਰੋਗੇ, ਸਰਬ ਸੁਖਾ ਹਰ ਹਰ ਗੁਣ ਗਾਏ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਲੇਖਾ ਲੇਖਣ ਕਾਗਦ ਮਸਵਾਣੇ। ਸਤਿਗੁਰੂ ਮਹਾਰਾਜ ਉਹ ਲਖਾਰੀ ਆਇਆ ਸੀ ਨਾ ਜੀ ਸਾਧ ਸੰਗਤ ਜੀ, ਉਹਨੇ ਕਿਹਾ ਕਿ ਮਹਾਰਾਜ ਦੱਸੋ ਕਿਰਪਾ ਕਰਕੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਹੇ ਲੇਖਕ ਇੱਕ ਲੇਖਣ ਲੈ ਲਾ, ਲੇਖਣ ਵਿੱਚ ਕਲਮ, ਤੇ ਦੂਸਰੀ ਸ਼ਾਹੀ ਲੈ ਲਾ ਤੇ ਕਾਗਜ਼ ਲੈ ਲਾ। ਸ਼ਾਹੀ ਕਾਗਜ਼ ਔਰ ਕਲਮ ਲੈ ਕਰਕੇ ਵਾਹਿਗੁਰੂ ਪ੍ਰਭੂ ਪਰਮਾਤਮਾ ਜੀ ਦੇ ਨਾਮ ਦਾ ਲੇਖਾ ਲਿਖਿਆ ਕਰ, ਨਾਮ ਲਿਖਿਆ ਕਰ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਇੱਕ ਸਿੰਘ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਆਸਾ ਸਿੰਘ ਜੀ ਕਰਕੇ ਆਇਆ ਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਨਸੀ ਸੀ। ਤੇ ਅਕਸਰ ਉਹ ਟੋਂਬੂ ਲਿਖਦਾ ਹੁੰਦਾ ਸੀ। ਟੋਂਬੂ ਮੀਨਜ਼ ਚਿੱਠੀਆਂ, ਆਰਡਰ, ਚੈੱਕ। ਕਿਸੇ ਗਰੀਬ ਸਿੱਖ ਨੇ ਆ ਕਰਕੇ ਭਾਈ ਆਸਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਮੈਂ ਗਰੀਬ ਆ, ਮੇਰੀ ਧੀ ਦਾ ਵਿਆਹ ਆ, ਪੈਸਾ ਨਹੀਂ ਹੈ, ਆਪ ਜੀ ਕਿਰਪਾ ਕਰਕੇ ਮੈਨੂੰ 500 ਰੁਪਇਆ ਦੇ ਦਿਓ ਤੇ ਮੈਂ ਆਪ ਜੀਆਂ ਨੂੰ ਸਾਮਾ ਪਾ ਕਰਕੇ ਵਾਪਸ ਮੋੜ ਦਾਂਗਾ ਤੇ ਮੈਂ ਗਰੀਬ ਆਪਣੀ ਧੀ ਦਾ ਵਿਆਹ ਕਰ ਲਾ ਹੁਣ ਸਮੇਂ ਅਨੁਸਾਰ। ਭਾਈ ਆਸਾ ਸਿੰਘ ਜੀ ਮਨ 'ਚ ਸੋਚਣ ਲੱਗੇ ਵੀ ਗੁਰੂ ਤੋਂ ਆਗਿਆ ਲੈਣੀ ਹੈ, ਪਰ ਗੁਰੂ ਸਾਹਿਬ ਜੀ ਕਿਤੇ ਗਏ ਹੋਣਗੇ, ਦੂਰ ਹੋਣਗੇ। ਸਿੱਖ ਨੂੰ ਹੋਣੇ ਚਾਹੀਦਾ, ਸਿੱਖ ਕਾਹਲੀ 'ਚ ਆ, ਟਾਈਮ ਥੋੜਾ ਸਿੱਖ ਦੇ ਕੋਲ। ਜਦੋਂ ਸਿੱਖ ਨੇ ਗੁਰੂ ਦਾ ਵਾਸਤਾ ਪਾਇਆ ਤੇ ਭਾਈ ਆਸਾ ਸਿੰਘ ਜੀ ਨੇ ਉਹ ਟੋਂਬੂ ਚਿੱਠੀ ਲਿਖ ਦਿੱਤੀ ਕਿ ਆ ਲੈ ਆਪਣੇ ਇਲਾਕੇ 'ਚ ਚਲਾ ਜਾ, ਤੁਹਾਡੇ ਇਲਾਕੇ ਵਿੱਚ ਫਲਾਣਾ ਫਲਾਣਾ ਇੱਕ ਗੁਰਸਿੱਖ, ਉਹਦੇ ਕੋਲ ਸਾਡੇ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਹੁੰਦੀ ਆ, ਉਹਨੂੰ ਆ ਟੋਂਬੂ ਦੇ ਦੀ, ਚਿੱਠੀ ਦੇ ਦੀ, ਤੇ ਉਹਦੇ ਕੋਲ 500 ਰੁਪਇਆ ਲੈ ਲਈ। ਉਹ ਗਰੀਬ ਸਿੱਖ ਚਲਾ ਗਿਆ ਆਪਣੇ ਇਲਾਕੇ 'ਚ, ਜਿਹੜੇ ਸਿੰਘ ਦੇ ਬਾਬਤ ਦੱਸਿਆ ਸੀ ਉਹਦੇ ਕੋਲ ਜਾ ਕੇ ਉਹ ਟੋਂਬੂ ਪੱਤਰ ਦਿੱਤਾ, ਉਹਨੇ 500 ਰੁਪਇਆ ਕੱਢ ਕੇ ਗਰੀਬ ਨੂੰ ਦੇਤਾ ਸਿੱਖ ਨੂੰ। ਸਿੱਖ ਨੇ ਆਪਣੀ ਧੀ ਦਾ ਵਿਆਹ ਕਰ ਲਿਆ, ਬੜੀਆਂ ਖੁਸ਼ੀਆਂ। 6 ਮਹੀਨੇ ਲੰਘ ਗਏ। 6 ਮਹੀਨਿਆਂ ਬਾਅਦ ਉਹਦਾ ਗਰੀਬ ਸਿੱਖ ਸੀ ਨਾ, ਉਹਨੇ ਇੱਕ ਇੱਕ ਪੈਸਾ ਜੋੜ ਕੇ 500 ਰੁਪਇਆ ਜੋੜ ਲਿਆ ਤੇ ਕੁਝ ਹੋਰ ਪੈਸੇ ਗੁਰੂ ਚਰਨਾਂ 'ਚ ਅਰਪਣ ਕਰਨ ਨੂੰ ਜੋੜ ਲਏ ਤੇ ਸੰਗਤ ਦੇ ਨਾਲ ਉਹ ਆਨੰਦਪੁਰ ਸਾਹਿਬ ਆ ਗਿਆ। ਤੋ ਖਾਲਸਾ ਜੀ ਉਹ ਜਦੋਂ ਆਨੰਦਪੁਰ ਸਾਹਿਬ ਆਇਆ, ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਉਹਨੇ ਨਾਲ ਹੀ ਉਹ ਟੋਂਬੂ, ਵਾਹਿਗੁਰੂ, ਉਹ ਜਿਹੜਾ ਸਿੱਖ ਜਿਹਨੇ 500 ਰੁਪਇਆ ਦਿੱਤਾ ਸੀ, ਜਿਹੜਾ ਕਾਰ ਭੇਟਾ ਕਥਾ ਇਕੱਠੀ ਕਰਦਾ ਸੀ, ਉਹ ਆਇਆ 6 ਮਹੀਨਿਆਂ ਬਾਅਦ। ਜਿੱਥੇ ਉਹ ਕਾਰ ਭੇਟਾ ਲੈ ਕੇ ਆਇਆ, ਉਥੇ ਖਾਲਸਾ ਜੀ ਉਹ ਟੋਂਬੂ ਉਹ ਪੱਤਰ ਵੀ ਲੈ ਆਇਆ ਕਿ ਤੁਹਾਡੇ ਪੱਤਰ ਅਨੁਸਾਰ ਮੈਂ 500 ਰੁਪਇਆ ਫਲਾਣੇ ਨੂੰ ਦਿੱਤਾ, ਲਿਖਤ ਪੜਤ। ਜਦੋਂ ਗੁਰੂ ਚਰਨਾਂ ਵਿੱਚ ਕਾਰ ਭੇਟਾ ਰੱਖੀ, ਨਾਲੇ ਉਸ ਜ਼ਿੰਮੇਵਾਰ ਸਿੱਖ ਨੇ ਉਹ ਟੋਂਬੂ ਵੀ ਰੱਖ ਦਿੱਤਾ। ਮਹਾਰਾਜ ਜੀ ਕਹਿੰਦੇ ਵੀ ਟੋਂਬੂ, ਕਹਿਣ ਲੱਗਾ ਮਹਾਰਾਜ ਤੁਸੀਂ ਫਲਾਣੇ ਸਮੇਂ ਭੇਜਿਆ ਸੀ ਕਿਸੇ ਗਰੀਬ ਨੂੰ 500 ਰੁਪਇਆ ਦੇਣਾ, ਵੇਖ ਲਓ ਤੁਹਾਡੀਆਂ ਮੋਹਰਾਂ ਲੱਗੀਆਂ ਨੇ ਇੱਥੋਂ ਦੀਆਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਅਸੀਂ ਤਾਂ ਹੁਕਮ ਕੀਤਾ ਨਹੀਂ। ਇਹ ਕਿਹਨੇ ਕੀਤਾ ਹੈ? ਕਹਿਣ ਲੱਗਾ ਮਹਾਰਾਜ ਤੁਹਾਡਾ ਮੁਨਸ਼ੀ ਭਾਈ ਆਸਾ ਸਿੰਘ ਦੇ ਅਖਤਿਆਰ ਆ, ਸਭ ਕੁਝ ਉਹੋ ਕੁਝ ਕਰਦਾ ਤੇ ਉਹਨੇ ਕੀਤਾ।
ਮਾਰ ਕਹਿੰਦਾ ਉਹਨੇ ਪੁੱਛਿਆ ਨਹੀਂ ਤੇ ਉਹਨੇ ਮਾੜਾ ਕੀਤਾ। ਜਾਓ ਫਿਰ ਬੁਲਾ ਕੇ ਲਿਆਓ। ਥੋੜਾ ਜਿਹਾ ਵੀਰ ਰਸ ਵੀ ਮਹਾਰਾਜੀਆਂ ਦਾ। ਕਿਸੇ ਪ੍ਰੇਮੀ ਨੇ ਜਾ ਕੇ ਭਾਈ ਆਸਾ ਸਿੰਘ ਜੀ ਨੂੰ ਦੱਸਿਆ ਵੀ ਭਾਈ ਆਸਾ ਸਿੰਘ ਜੀ, ਉਹ ਇੱਕ ਵਾਰ 500 ਰੁਪਇਆ ਦਿੱਤਾ ਨਾ, ਗੁਰੂ ਨੂੰ ਤੁਸੀਂ ਪੁੱਛਿਆ ਨਹੀਂ ਸੀ। ਉਹ ਕਹਿਣ ਲੱਗੇ ਹਾਂ ਗੁਰੂ ਸਾਹਿਬ ਕਿਤੇ ਗਏ ਸਨ, ਸਿੱਖ ਨੂੰ ਕਾਹਲੀ ਸੀ, ਗੁਰੂ ਦੀ ਉਹਨੇ ਮੈਨੂੰ ਵਾਸਤਾ ਪਾਇਆ ਤੇ ਮੈਂ ਲਿਖ ਦਿੱਤਾ ਸੀ। ਕਹਿੰਦਾ ਉਹ ਤੇਰਾ ਟੋਂਬੂ ਆ ਗਿਆ ਤੇ ਗੁਰੂ ਸਾਹਿਬ ਬੁਲਾਉਂਦੇ, ਆ ਜਾ ਜਿਹੜੀ ਹਾਜ਼ਰ ਹੋ, ਪੇਸ਼ੀ ਹੋਏਗੀ ਹੁਣ। ਭਾਈ ਆਸਾ ਸਿੰਘ ਜੀ ਡਰ ਗਏ ਤੇ ਦੌੜ ਗਏ। ਕਿੰਨਾ ਕੋ ਸਮਾਂ ਰਹਿੰਦੇ ਦੂਰ। ਆਖਰਕਾਰ ਖਾਲਸਾ ਜੀ ਭਾਈ ਆਸਾ ਸਿੰਘ ਜੀ ਨੇ ਫਿਰ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਚਿੱਠੀ ਪਤਾ ਕਿੱਧਰੋਂ ਲਿਖੀ? ਕਲਮ ਵੱਲੋਂ, ਕਿ ਕਲਮ ਕੀ ਕਹਿੰਦੀ ਹੈ। ਅੱਜ ਵੀ ਕਈਆਂ ਨੇ ਕਲਮਾਂ ਫੜੀਆਂ ਨੇ, ਬੜੇ ਨਾਵਲ, ਗੰਦੀਆਂ ਚੀਜ਼ਾਂ, ਗੰਦੀਆਂ ਕਹਾਣੀਆਂ, ਗੰਦੇ ਗੀਤ, ਬੜਾ ਕੁਝ ਲਿਖਦੇ ਨੇ। ਪਰ ਭਾਈ ਆਸਾ ਸਿੰਘ ਜੀ ਨੇ ਦੱਸਿਆ ਵੀ ਕਲਮ ਕੀ ਕਹਿੰਦੀ ਹੈ। ਕਲਮੋਂ ਵਾਚ ਦੋਹਰਾ, ਕਲਮ ਕਹਿੰਦੀ ਹੈ, ਦੋਹਰੇ ਦੇ ਸ਼ਬਦ ਨੇ। ਮੁਖ ਕਾਰਾ ਮੇਰੋ ਕਰੈ, ਕਲਮ ਕਹਿੰਦੀ ਹੈ ਮੁਖ ਕਾਰਾ ਮੇਰੋ ਕਰੈ, ਕਰਤ ਨ ਪਰ ਉਪਕਾਰ, ਫਟ ਛਾਤੀ ਦੋ ਟੁਕ ਭਈ, ਰੁਦਨ ਕਰਤ ਲਿਖ ਜਾਤ। ਕਲਮ ਕਹਿੰਦੀ ਮੇਰਾ ਮੂੰਹ ਕਾਲਾ ਕਰ ਦਿਓ। ਘੜੀ ਮੁੜੀ ਪਹਿਲਾਂ ਦਵਾਤ ਚ ਸ਼ਾਹੀ ਲਾਉਂਦੇ ਹੁੰਦੇ ਸੀ ਨਾ ਕਲਮ ਨੂੰ, ਅੱਜ ਕੱਲ ਤਾਂ ਰਿਫਲਾਂ ਆ ਗਈਆਂ ਨੇ, ਵਿੱਚੇ ਸ਼ਾਹੀ ਹੁੰਦੀ ਹੈ। ਮੁਖ ਕਾਰਾ ਮੇਰੋ ਕਰਾਂ, ਕਰਤ ਨਾ ਪਰ ਉਪਕਾਰ, ਤਿਸ ਕੋ ਮੈਂ ਫਿਰ ਕਰੂੰਗੀ ਪਲਟਾ ਇਹੋ ਦਰਬਾਰ। ਇਹ ਲੋਕ ਮੇਰਾ ਮੂੰਹ ਕਾਲਾ ਕਰਦੇ ਪਰ ਉਪਕਾਰ ਨਹੀਂ ਲਿਖਦੇ, ਇਹਦਾ ਮੈਂ ਬਦਲਾ ਲਵਾਂਗੀ ਵਾਹਿਗੁਰੂ ਦੇ ਦਰਬਾਰ ਵਿੱਚ। ਫਟ ਛਾਤੀ ਦੋ ਟੁਕ ਭਈ, ਮੇਰੀ ਛਾਤੀ ਫਾਟ ਕੇ ਦੋ ਟੁਕੜੇ ਹੋ ਗਈ। ਰੁਦਨ ਕਰਤ ਲਿਖ ਜਾਤ, ਮੈਂ ਰੋ ਰਹੀ ਹਾਂ, ਮੇਰੇ ਅਥਰੂ ਚੋ ਰਹੇ ਨੇ। ਤੁਸੀਂ ਕਹਿੰਦੇ ਸ਼ਾਹੀ ਲਿਖ ਰਹੀ ਆ, ਕਲਮ ਕਹਿੰਦੀ ਮੇਰੇ ਅਥਰੂ ਜੇ। ਰੁਦਨ ਕਰਤ ਲਿਖ ਜਾਤ, ਪਰ ਸਵਾਰਥ ਪਰ ਉਪਕਾਰ, ਬਿਨ ਮੋਹਿ ਨਾ ਉਪਜਤ ਸ਼ਾਂਤ। ਪਰ ਉਪਕਾਰ ਪਰਾਏ ਦਾ ਭਲਾ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਆਉਂਦੀ। ਅੱਗੇ ਲੱਗਦਾ ਚੌ ਪਈ, ਐਸੇ ਕਲਮ ਕਹਿਤ ਸਭ ਸਾਥ, ਸੋ ਪਕਰਾਏ ਗੁਰ ਮੋਹੇ ਹਾਥ। ਜਬ ਗਰੀਬ ਸਿੱਖ ਨੇ ਗੁਰ ਕੀ ਆਨ ਦੀਨੀ, ਸਹੀ ਨਾ ਮੈਂ ਚਿੱਠੀ ਲਿਖ ਦੀਨੀ। ਜਦੋਂ ਗੁਰੂ ਕੇ ਸਿੱਖ ਨੇ ਆਣ ਕੇ ਗੁਰੂ ਦੀ ਵਾਸਤਾ ਪਾ ਦਿੱਤਾ, ਮੇਰੇ ਕੋ ਸਹਾਰਿਆ ਇਹਨਾਂ ਕਹਾ ਮੈਂ ਚਿੱਠੀ ਟੋਂਬੂ ਲਿਖ ਦਿੱਤਾ। ਤੇ ਖਾਲਸਾ ਜੀ ਭਾਈ ਆਸਾ ਸਿੰਘ ਜੀ ਨੇ ਇਤਿਆਦਕ ਲਿਖਿਆ ਬਿਨਾ ਪਠਾਈ, ਇਤਿਆਦਕ ਬੇਨਤੀਆਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭੇਜੀਆਂ। ਸੁਨਤ ਪ੍ਰਸੰਨ ਭਏ ਗੁਰ ਸਾਈਂ, ਤੇ ਬੁਲਾਏ ਸਿਰ ਪਾਗ ਬੰਧਾਈ, ਦਈ ਕਾਰ ਪ੍ਰਥਮ ਸੰਦਈ। ਉਹਨੂੰ ਬੁਲਾ ਕੇ ਮੈਂ ਕਹਿੰਦਾ ਲਿਆ ਹੁਣ ਆਸਾ ਸਿੰਘ ਨੂੰ, ਹੁਣ ਨਹੀਂ ਗੁੱਸਾ ਸਾਨੂੰ। ਸਿਰ ਤੇ ਦਸਤਾਰ ਬੰਨ੍ਹਤੀ, ਪਹਿਲੇ ਵਾਂਗ ਫਿਰ ਮੁਨਸ਼ੀ ਦਾ ਕੰਮ ਦੇ ਦਿੱਤਾ। ਇੱਥੇ ਵੀ ਮਹਾਰਾਜ ਜੀ ਕਹਿੰਦੇ ਲਿਖ ਲੇਖਣ ਕਾਗਦ ਮਸਵਾਣੀ। ਕਾਗਜ਼ ਲਿਆ, ਸ਼ਾਹੀ ਲਿਆ, ਕਲਮ ਲਿਆ, ਪਰ ਕਾਗਜ਼ ਦੇ ਉੱਪਰ ਸ਼ਾਹੀ ਲਾ ਕੇ ਕਲਮ ਦੇ ਨਾਲ ਲਿਖ। ਕੀ ਲਿਖਣਾ? ਗੁਰੂ ਨਾਨਕ ਸਾਹਿਬ ਨੂੰ ਪੜ੍ਹ ਲਓ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਲਿਖ ਜੇ ਲਿਖਣਾ ਤੇ ਕਲਮ ਚੁੱਕੀ ਜੇ ਤੂੰ ਰਾਈਟਰਾਂ ਜੇ ਲਖਾਰੀਆਂ, ਪਰਮਾਤਮਾ ਦੀ ਸਿਫਤ ਸਲਾਹ ਲਿਖ। ਇੱਥੇ ਵੀ ਮਹਾਰਾਜ ਜੀ ਕਹਿੰਦੇ ਕਾਗਜ਼ ਸ਼ਾਹੀ ਕਲਮ ਲਿਆ ਕੇ ਲਿਖਣਾ ਕਰੋ। ਰਾਮ ਨਾਮ ਹਰ ਅੰਮ੍ਰਿਤ ਬਾਣੇ। ਮਹਾਰਾਜ ਕੀ ਲਿਖੀਏ? ਸਾਹਿਬ ਜੀ ਕਹਿੰਦਾ ਰਾਮ ਨਾਮ ਹਰ ਅੰਮ੍ਰਿਤ ਬਾਣੇ। ਰਮੇ ਹੋ ਰਾਮ ਪ੍ਰਭੂ ਦਾ ਨਾਮ ਲਿਖ, ਮੌਤ ਤੋਂ ਰਹਿਤ ਕਰਨ ਵਾਲੀ ਅੰਮ੍ਰਿਤ ਰੂਪ ਗੁਰਬਾਣੀ ਲਿਖ। ਗੁਰਬਾਣੀ ਲਿਖ ਪੋਥੀਆਂ, ਗੁਰਬਾਣੀ ਦੀਆਂ ਪੋਥੀਆਂ ਲਿਖੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਰਾਮ ਦਾ ਨਾਮ ਗੁਰਬਾਣੀ ਲਿਖੋ, ਵਾਹਿਗੁਰੂ ਵਾਹਿਗੁਰੂ ਲਿਖੋ। ਰਹਾਉ ਵਿਸ਼ਰਾਮ ਦੇ ਕੇ ਸਮਝਾਉਂਦੇ ਸਤਿਗੁਰੂ ਜੀ। ਰਾਰੇ ਦਾ ਅਰਥ ਹੁੰਦਾ ਰਮਿਆ, ਹਾਹੇ ਦਾ ਅਰਥ ਹੁੰਦਾ ਪ੍ਰਗਟ, ਊੜੇ ਦਾ ਅਰਥ ਹੁੰਦਾ ਓੰਕਾਰ। ਓੰਕਾਰ ਪ੍ਰਗਟ ਹੀ ਸਾਰਿਆਂ ਵਿੱਚ ਰਮਿਆ ਹੋਇਆ ਆ। ਰਹਾਉ ਦਾ ਅਰਥ ਹੁੰਦਾ ਠਹਿਰਨਾ। ਇਹ ਠਹਿਰਾਓ ਦੀਆਂ ਪੰਕਤੀਆਂ ਨੇ। ਇਹਨਾਂ ਪੰਕਤੀਆਂ ਨੂੰ ਹਿਰਦੇ ਵਿੱਚ ਠਹਿਰਾ ਲਓ। ਜਿਹੜਾ ਮਨ ਇੱਧਰ ਉੱਧਰ ਦੌੜਦਾ ਆ, ਜਾਂ ਆਪਾਂ 84 ਲੱਖ ਜੂਨਾਂ 'ਚ ਦੌੜਦੇ ਜੰਮਦੇ ਮਰਦੇ ਆ, ਉਹ ਰਹਿ ਜਾਏਗਾ, ਰੁਕ ਜਾਏਗਾ। ਤੋ ਰਹਾਓ ਠਹਿਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਸਤਿਗੁਰੂ ਜੀ।
ਇਹ ਕਾਰਜ ਤੇਰੇ ਜਾਹੇ ਬਿਕਾਰ। ਇਸ ਕਾਰਜ ਕਰਨ ਦੇ ਨਾਲ ਤੇਰੇ ਵਿਕਾਰ ਚਲੇ ਜਾਣਗੇ। ਜਿੰਨੇ ਵੀ ਵਿਕਾਰ, ਜਿੰਨੇ ਵੀ ਕਾਮ ਆਦਿਕ, ਜਿੰਨੇ ਵੀ ਵਿਕਾਰ ਸਾਰੇ ਖਤਮ ਹੋ ਜਾਣਗੇ। ਜੇ ਤੂੰ ਵਾਹਿਗੁਰੂ ਵਾਹਿਗੁਰੂ ਲਿਖੇ, ਗੁਰਬਾਣੀ ਪੜ੍ਹੇ, ਸਿਮਰਨ ਕਰੇ, ਗੁਰਬਾਣੀ ਨੂੰ ਲਿਖੇ, ਇਸ ਕਾਰਜ ਦੇ ਨਾਲ ਤੇਰੇ ਸਾਰੇ ਵਿਕਾਰ ਖਤਮ ਹੋ ਜਾਣਗੇ। ਜੀਵ ਸਿਮਰਤ ਰਾਮ ਨਾਹੀ ਜਮ ਮਾਰ। ਰਾਮ ਦਾ ਨਾਮ ਸਿਮਰਨ ਦੇ ਨਾਲ ਜਮਾਂ ਦੀ ਮਾਰ ਨਹੀਂ ਪੈਂਦੀ, ਜਮ ਮਾਰਦੇ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਨਗਰ 'ਚ ਚਲੇ ਗਏ। ਨਗਰ ਵਾਲਿਆਂ ਦਾ ਸੁਭਾਅ ਸੀ, ਆਏ ਗਏ ਨੂੰ ਬਹੁਤ ਜੀ ਆਏ ਨੂੰ, ਆਓ ਜੀ ਤੁਹਾਡਾ ਹੀ ਘਰ ਆ ਮਹਾਰਾਜ। ਘਰ ਚਰਨ ਪਾ ਕੇ ਘਰ ਪਵਿੱਤਰ ਕਰ ਦਿੱਤੇ। ਤੇ ਉਹਨਾਂ ਦਾ ਪਤਾ ਕੀ ਸੀ ਕੰਮ? ਰਾਤ ਨੂੰ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਕੇ ਦੇ ਕੇ ਮਾਰ ਦੇਣਾ ਤੇ ਲੁੱਟ ਲੈਣਾ, ਸਰੀਰ ਨੂੰ ਖੂਹ 'ਚ ਸੁੱਟ ਦੇਣਾ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਰਾਤ ਉੱਥੇ ਗਏ। ਉਹਨਾਂ ਨੇ ਬਹੁਤ ਜੀ ਆਇਆਂ ਨੂੰ ਕਿਹਾ, ਪ੍ਰਸ਼ਾਦਾ ਆਇਆ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਛਕਣਾ ਨਹੀਂ, ਉੱਤੇ ਜ਼ਹਿਰ ਆ। ਕੀਰਤਨ ਕਰ ਲਾ ਪਏ। ਕੀਰਤਨ ਕਰਦਿਆਂ ਤੇ ਸਵਾਬੀ ਖਾਲਸਾ ਜੀ ਨੀਂਦ ਤਾਂ ਆਉਂਦੀ ਜਦੋਂ ਪ੍ਰਭਾਵ ਪੈਂਦਾ ਨਾ, ਉਹ ਸਾਰੇ ਪਿੰਡ ਵਾਲੇ ਸੌਂ ਗਏ ਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲ ਪਏ। ਥੋੜਾ ਦਿਨ ਚੜਿਆ, ਪਿੰਡ ਵਾਲੇ ਉੱਠੇ, ਇੱਕ ਦੂਜੇ ਨੂੰ ਪੁੱਛਦੇ ਵੀ ਕਰਤਾ ਕੰਮ, ਕੀ ਮਿਲਿਆ, ਲਿਆਓ ਵੰਡੀਏ। ਉਹ ਕਹਿੰਦਾ ਮੈਂ ਤੈਨੂੰ ਪੁੱਛਣ ਲੱਗਾ। ਦੂਜੇ ਤੀਜੇ ਨੂੰ ਪੁੱਛੋ। ਪਤਾ ਲੱਗਿਆ ਵੀ ਉਹ ਰਾਤ ਵਾਲੇ ਚਲੇ ਗਏ ਜਿਹੜੇ ਆਏ ਸਨ। ਪਿੰਡ ਵਾਲੇ ਦੌੜੇ ਤੇ ਜੰਗਲ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਹੜਾ ਜਾਣਾ ਸੀ, ਉਧਾਰ ਹੀ ਕਰਨਾ ਸੀ ਉਹਨਾਂ ਦਾ, ਭਲਾ ਹੀ ਕਰਨਾ ਸੀ ਉਹਨਾਂ ਦਾ। ਮਹਾਰਾਜ ਸਾਹਿਬ ਜੀ ਜੰਗਲ ਦੇ ਵਿੱਚ ਤੇ ਇਹਨਾਂ ਨੂੰ ਮਿਲ ਗਏ। ਇਹਨਾਂ ਨੇ ਘੇਰਾ ਪਾ ਲਿਆ। ਕਹਿਣ ਲੱਗੇ ਐਵੇਂ ਨਹੀਂ ਜਾ ਸਕਦੇ ਸੁੱਕੇ, ਸਾਡਾ ਕੰਮ ਆ ਮਾਰ ਦੇਣਾ, ਲੁੱਟ ਲੈਣਾ, ਤੇ ਤੁਸੀਂ ਤਾਂ ਸੁੱਕੇ ਨਿਕਲ ਚੱਲੇ ਸੀ, ਫੜ ਲਿਆ ਨਾ ਜੀ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਜੋ ਤੁਹਾਡਾ ਕਰਤੱਵ ਕਰੋ, ਮਾਰੋ, ਪਰ ਮਰਨ ਵਾਲੇ ਦੀ ਇੱਕ ਆਖਰੀ ਇੱਛਾ ਹੁੰਦੀ, ਪੂਰੀ ਕਰ ਦਿਓਗੇ ਜੀ? ਦੱਸੋ। ਮਹਾਰਾਜ ਕਹਿੰਦਾ ਸੰਸਕਾਰ ਕਰਨਾ ਸਰੀਰਾਂ ਦਾ, ਕਰ ਦਿਓਗੇ? ਕਹਿੰਦੇ ਜੀ ਕਰ ਦਿਆਂਗੇ ਜੀ। ਅੱਗ ਲਿਆਓ ਫਿਰ ਜਾ ਕੇ। ਉਹ ਚਿਖਾ ਬਲਦੀ ਪਈ ਸੀ, ਅੱਗ ਲੈਣ ਗਏ 3-4 ਜਾਣੇ, ਬਾਕੀਆਂ ਨੇ ਘੇਰਾ ਪਾਇਆ ਮਹਾਰਾਜ ਨੂੰ। ਚਿਖਾ ਦੇ ਲਾਗੇ ਗਏ ਤੇ ਕੀ ਵੇਖਦੇ ਨੇ ਕਿ ਇੱਕ ਮਨੁੱਖ ਨੂੰ ਬਹੁਤੇ ਜਾਣੇ ਫੜ ਕੇ ਤੇ ਮਾਂਜਣ ਡੇ ਨੇ, ਖੜਕੈਂਤੀ ਲਾਉਣ ਡੇ, ਕੁੱਟਣ ਡੇ ਨੇ। ਤੇ ਖਾਲਸਾ ਜੀ ਉਹ ਕੁੱਟਦਿਆਂ ਸਾਰੇ ਰੁਕ ਗਏ। ਪਿੰਡ ਵਾਲੇ ਸੋਚਦੇ ਵੀ ਇਹਨਾਂ ਦੇ ਹੱਥ ਕੋਈ ਬੰਦਾ ਆਇਆ ਜਿਵੇਂ ਸਾਡੇ ਹੱਥ ਆਏ ਗੁਰੂ ਨਾਨਕ ਸਾਹਿਬ, ਉਹਨੂੰ ਕੁੱਟਣ ਡੇ, ਮਾਰਨ ਡੇ। ਪਰ ਹੁਣ ਇਹ ਹਟ ਕੇ ਕਿਉਂ ਨਹੀਂ ਮਾਰਦੇ? ਇੱਕ ਪਾਲਕੀ ਵਿੱਚ ਉਹ ਬੈਠ ਕੇ ਤੇ ਰੂਹ ਆਕਾਸ਼ ਨੂੰ ਚੱਲਣ ਲੱਗ ਪਈ ਹੈ। ਪੁੱਛਦੇ ਕੌਣ ਤੁਸੀਂ? ਪਿੰਡ ਵਾਲੇ ਪੁੱਛਦੇ ਕੌਣ ਹੋ? ਕਹਿੰਦੇ ਜੀ ਜੰਮ ਆ। ਉਹ ਬੰਦੇ ਦੀ ਰੂਹ ਲੈ ਕੇ ਜਾ ਰਹੇ ਸਾਂ, ਜਿੰਦ ਪਾਪੀ ਸੀ, ਸਜ਼ਾ ਦੇ ਰਹੇ ਸਾਂ। ਪਿੰਡ ਵਾਲੇ ਕਹਿੰਦੇ ਛੱਡ ਕਿਉਂ ਦਿੱਤਾ? ਕਹਿਣ ਲੱਗੇ ਜਿਹਨੂੰ ਤੁਸੀਂ ਘੇਰਾ ਪਾ ਕੇ ਬੈਠੇ ਨਾ, ਉਹ ਗੁਰੂ ਨਾਨਕ ਸਾਹਿਬ ਰੱਬ ਆ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਪੈਂਦਿਆਂ ਸਾਰੇ ਦੇ ਪਾਪ ਖਤਮ ਹੋ ਗਏ ਨੇ। ਇਹ ਹੁਣ ਨਰਕਾਂ ਨੂੰ ਨਹੀਂ, ਇਹ ਹੁਣ ਸੱਚਖੰਡ ਨੂੰ ਚਲਾ ਗਿਆ, ਮੁਕਤ ਹੋ ਗਿਆ, ਦੀ ਕਲਿਆਣ ਹੋ ਗਿਆ। ਆਪਣਾ ਭਲਾ ਚਾਹੋ, ਉਹਦੇ ਚਰਨ ਫੜ ਲਓ। ਉਥੋਂ ਦੌੜੇ, ਪਿੰਡ ਵਾਲਿਆਂ ਨੇ ਘੇਰਾ ਪਾਇਆ, ਉਹਨਾਂ ਨੂੰ ਕਿਹਾ ਉਹ ਛੱਡ ਦਿਓ ਗੁਰੂ ਨਾਨਕ ਸਾਹਿਬ ਨੂੰ, ਇਹਨਾਂ ਦੇ ਹੱਥੀ ਨਾ ਪੋ, ਇਹਨਾਂ ਦੇ ਚਰਨੀ ਪੈ ਜਾਓ, ਆਪਣੇ ਆਪ ਨੂੰ ਬਖਸ਼ਾ ਲਓ। ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਪਏ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਫਿਰ ਸਿੱਧਾ ਮਾਰਗ ਗੁਰਮਤਿ ਦ੍ਰਿੜ ਕਰਾਈ, ਨਾਮ ਜਪਾਇਆ, ਭਲਾ ਕੀਤਾ। ਮਹਾਰਾਜ ਜੀ ਕਹਿੰਦਾ ਨਾਮ ਜਪਿਆ ਜਮ ਦੂਤ ਮਾਰ ਨਹੀਂ ਮਾਰਦੇ, ਗੁਰ ਕਾ ਸ਼ਬਦ ਰਖਵਾਰੇ, ਚਾਓ ਕੀ ਚਾਓ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਧਰਮ ਰਾਏ ਕੇ ਦੂਤ ਨਾ ਜੋ ਹੈ। ਧਰਮ ਰਾਜੇ ਦੇ ਜਮ ਦੂਤਾਂ ਨੇ ਮਾਰਨਾ ਫੜਨਾ ਤੇ ਬਹੁਤ ਦੂਰ ਦੀ ਗੱਲ ਆ। ਉਹ ਵੇਖ ਵੀ ਨਹੀਂ ਸਕਦੇ, ਟੇਢੀ ਨਿਗਾਹ ਦੇ ਨਾਲ ਅੱਖ ਭਰ ਕੇ ਵੇਖਣੀ ਹੁੰਦੀ ਨਾ, ਕਿ ਕਿਸੇ ਨਾਲ ਨਾਰਾਜ਼ਗੀ ਹੋਵੇ, ਕਿਸੇ ਨਾਲ ਗੁੱਸਾ, ਤੇ ਬੜਾ ਭੈੜਾ ਜਾਵੇ ਨੇ ਅੱਖਾਂ ਕੱਢ ਕੇ, ਅਗਲੇ ਨੂੰ ਪਤਾ ਲੱਗ ਗਿਆ ਵੀ ਇਹ ਮੈਨੂੰ ਕੁੱਟਣਾ ਚਾਹੁੰਦਾ, ਮੇਰੇ ਗਲ ਪੈਣਾ ਚਾਹੁੰਦਾ। ਤੇ ਜੰਮ ਵੀ ਆਉਂਦੇ ਬੜੀ ਆਕੜ ਦੇ ਨਾਲ ਵੀ ਬਚੂ ਆ ਗਏ ਤੇਰੀ ਜਿੰਦ ਕੱਢਣ। ਪਰ ਉਹ ਨਾਮ ਜਪਣ ਵਾਲਿਆਂ ਨੂੰ ਖਾਲਸਾ ਜੀ ਕੀ ਫੜਨਾ ਜਮਾਂ ਨੇ? ਉਹ ਤਾਂ ਟੇਢੀ ਨਿਗਾਹ, ਗੁੱਸੇ ਵਾਲੀ ਨਿਗਾਹ ਕਰਕੇ ਵੇਖ ਹੀ ਨਹੀਂ ਸਕਦੇ। ਇੰਨਾ ਨਾਮ ਦਾ ਪ੍ਰਤਾਪ, ਐਡੀ ਗੁਰੂ ਦੀ ਭਾਰੀ ਬਖਸ਼ਿਸ਼ ਹੈ। ਮਾਇਆ ਮਗਨ ਨਾ
ਕਛੁਆ ਮੋਹੈ। ਮਾਇਆ ਦੀ ਮਗਨਤਾਈ, ਮਾਇਆ ਕਿਸੇ ਪ੍ਰਕਾਰ ਦੇ ਨਾਲ ਕੁਝ ਵੀ ਪੋ ਨਹੀਂ ਸਕਦੀ, ਆਪਣਾ ਪ੍ਰਭਾਵ ਨਹੀਂ ਪਾ ਸਕਦੀ ਨਾਮ ਜਪਣ ਵਾਲਿਆਂ ਤੇ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਕਬੀਰ ਆਈ ਮੁਝਪ ਹੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ। ਮੇਰੇ ਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਦਾ ਬਦੌਲਤ ਮਾਇਆ ਕਿਸੇ ਪ੍ਰਕਾਰ ਦਾ ਕੁਝ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਮਾਇਆ ਦੁਆਰਾ ਮੌਤ ਨਹੀਂ ਕਰ ਸਕਦੀ। ਉਦਰ ਹੈ ਆਪ ਤਰੈ ਸੰਸਾਰ। ਰੱਬ ਦੇ ਪਿਆਰੇ ਨਾਮ ਜਪਣ ਵਾਲੇ ਆਪ ਉਧਰ ਜਾਂਦੇ ਤੇ ਸੰਸਾਰ ਨੂੰ ਵਿਤਾਰ ਦਿੰਦੇ ਆ। ਭਗਤ ਕਬੀਰ ਸਾਹਿਬ ਆਪਣੀ ਅਖੀਰ ਜ਼ਿੰਦਗੀ ਤੇ ਖਾਲਸਾ ਜੋ ਕਾਸ਼ੀ ਨੂੰ ਛੱਡ ਕਰਕੇ ਤੇ ਜਿਹੜੀ ਸਰਾਪੀ ਹੋਈ ਧਰਤੀ ਸੀ ਮਗਹਰ ਦੀ ਧਰਤੀ, ਉੱਥੇ ਚਲੇ ਗਏ। ਲੋਕਾਂ ਨੇ ਕਿਹਾ ਭਗਤ ਕਬੀਰ ਜੀ ਸਾਰੀ ਉਮਰ ਕਾਸ਼ੀ 'ਚ ਰਹੇ ਹੋ, ਸੁਣਿਆ ਹੈ ਕਿ ਵੀ ਧਾਰਮਿਕ ਸਥਾਨ ਕਾਸ਼ੀ 'ਚ ਰਹਿਣ ਵਾਲਾ ਜਿਹੜਾ ਮਰਦਾ ਆ ਉਹ ਸਵਰਗਾਂ ਨੂੰ ਜਾਂਦਾ ਆ, ਇੱਥੇ ਜਿਹੜਾ ਮਰਦਾ ਆ ਉਹ ਮਰ ਕੇ ਨਰਕਾਂ ਨੂੰ ਜਾਂਦਾ ਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਜੇ ਰੱਬ ਦਾ ਪਿਆਰਾ ਸਰਾਪੀ ਹੋਈ ਹੜੰਬੇ ਦੀ ਧਰਤੀ ਤੇ ਜਾ ਕੇ ਵੀ ਮਰ ਜਾਏ, ਸਰੀਰ ਛੱਡ ਦੇ, ਉਹ ਆਪ ਤਾਂ ਤਰੇਗਾ, ਆਪਣੀ ਸਾਰੀ ਸੰਗਤ ਨੂੰ ਵੀ ਤਾਰੇਗਾ। ਮਨਹੁ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ। ਜੇ ਮਨ ਦਾ ਕਠੋਰ ਭੈੜਾ ਬੰਦਾ ਬਨਾਰਸ ਧਾਰਮਿਕ ਸਥਾਨ ਤੇ ਮਰ ਜਾਏ, ਉਹ ਨਰਕਾਂ ਚ ਨਹੀਂ ਬਚ ਸਕਦਾ। ਮਸਾ ਵੱਡਿਆ ਖਾਲਸਾ ਜੀ ਸੱਚਖੰਡ ਹਰਿਮੰਦਰ ਸਾਹਿਬ ਆ। ਕੀ ਤੁਹਾਡਾ ਖਿਆਲ ਹੈ ਕਿ ਹਰਿਮੰਦਰ ਸਾਹਿਬ ਉਹਨੂੰ ਵੱਡਿਆ ਮਾਰਿਆ ਕਿਤੇ ਸੱਚਖੰਡ ਚਲਾ ਗਿਆ? ਨਹੀਂ, ਨਰਕਾਂ ਚ ਗਿਆ ਆ। ਤੇ ਥਾਂ ਥਾਂ ਤੇ ਪਹਾੜਾਂ ਕੰਦਰਾਂ ਚ ਕਿੱਥੇ ਕਿੱਥੇ ਗੁਰੂ ਕੇ ਸਿੰਘ ਲਾਲ ਸ਼ਹੀਦ ਹੁੰਦੇ ਰਹੇ, ਉਹ ਸਾਰੇ ਸੱਚਖੰਡ ਹੀ ਗਏ ਨੇ। ਰੱਬ ਦੇ ਪਿਆਰੇ ਆਪ ਤਰਦੇ, ਦੂਜਿਆਂ ਨੂੰ ਸਭਨਾਂ ਨੂੰ ਤਾਰ ਦਿੰਦੇ ਨੇ, ਸੰਸਾਰ ਦੇ ਜੀਵਾਂ ਦਾ ਭਲਾ ਕਰ ਦਿੰਦੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਮੰਝ ਜੀਆਂ ਦੀ ਸੇਵਾ ਤੇ ਖੁਸ਼ ਹੋ ਕੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। तो गुरु का जहाज है, सारे संसार ਨੂੰ ਪਾਰ ਉਤਾਰ ਦੇਗਾ। ਉਹ ਆਪ ਤਰਦੇ ਸੰਸਾਰ ਦੇ ਜੀਵਾਂ ਨੂੰ ਤਾਰ ਦਿੰਦੇ ਹਨ। ਰਾਮ ਨਾਮ ਜਪ ਏਕ ਓੰਕਾਰ, ਰਮੇ ਹੋਏ ਰਾਮ ਦੇ ਨਾਮ ਨੂੰ ਜਪ ਏਕ ਓੰਕਾਰ। ਉਹ ਜਿਹੜਾ ਇੱਕ ਅਦਵੈਤ ਸਰੂਪ ਅਦੁੱਤੀ ਪ੍ਰਭੂ ਪਰਮਾਤਮਾ ਆ, ਉਸ ਇੱਕ ਵਾਹਿਗੁਰੂ ਪ੍ਰਭੂ ਦਾ ਸਿਮਰਨ ਕਰੋ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ, ਤਾ ਕੋ ਜਸ ਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹਾ ਤੇ ਛੋਟਾ। ਮਹਿਮਾ ਨਾਮ ਕਹਾ ਲਓ ਬਰਨੋ, ਆਰਾਮ ਕਹਿਤ ਬੰਧਨ ਤਹਿ ਟੂਟਾ। ਆਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰਹਿ ਪਾਰਾ। ਉਸ ਵਾਹਿਗੁਰੂ ਨੂੰ ਚੇਤੇ ਕਰੋ, ਰਾਮ ਦਾ ਨਾਮ ਜਪੋ। ਜਪ ਏਕ ਓੰਕਾਰ, ਇੱਕ ਅਦਵੈਤ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੋ। ਵਾਹਿਗੁਰੂ ਨੂੰ ਜਪੋ। ਆਪ ਕਮਾਵੋ ਅਵਰਾ ਉਪਦੇਸ਼, ਆਪ ਰੱਬ ਦੇ ਪਿਆਰੇ ਕਮਾਉਂਦੇ ਨੇ ਗੁਰੂ ਦਾ ਬਚਨ ਤੇ ਦੂਸਰਿਆਂ ਨੂੰ ਉਪਦੇਸ਼ ਦਿੰਦੇ ਨੇ। ਆਪ ਕਮਾਉਂਦੇ ਨੇ, ਦੂਸਰਿਆਂ ਨੂੰ ਕਮਾਉਣ ਦੀ ਪ੍ਰੇਰਣਾ ਦਿੰਦੇ ਕਿ ਗੁਰੂ ਦਾ ਬਚਨ ਕਮਾ ਲਓ ਭਾਈ। ਆਪ ਕਮਾਉਂਦੇ, ਦੂਜਿਆਂ ਨੂੰ ਕਮਾਉਣ ਦੀ ਪ੍ਰੇਰਣਾ ਦਿੰਦੇ ਗੁਰੂ ਕੇ ਪਿਆਰੇ। ਰਾਮ ਨਾਮ ਹਿਰਦਾ ਪਰਵੇਸ਼, ਜਿਵੇਂ ਜਿਵੇਂ ਰੱਬ ਦੇ ਪੂਰਨ ਪਹੁੰਚੇ ਹੋਏ ਰੱਬ ਦੇ ਪਿਆਰਿਆਂ ਕੋ ਬਚਨ ਸੁਣ ਕੇ ਜਪਣ ਵਾਲੇ ਜਪਦੇ ਨੇ, ਤੋ ਖਾਲਸਾ ਜੀਓ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਅੰਤਸ਼ਕਰਨ ਰੂਪੀ ਖਜ਼ਾਨੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਅੰਦਰ ਨਾਮ ਟਿਕ ਜਾਂਦਾ, ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਜੀ। ਜਾਂ ਕੈ ਮਾਥਾ ਇਹੋ ਨਿਧਾਨ,
ਜਿਨ੍ਹਾਂ ਦੇ ਮੱਥੇ ਅੰਤਸ਼ ਕਰਨ ਰੂਪੀ ਖਜ਼ਾਨੇ ਵਿੱਚ ਨਾਮ ਦਾ ਖਜ਼ਾਨਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ ਹੈ। ਸੋਏ ਪੁਰਖ ਜਪੈ ਭਗਵਾਨ, ਉਹ ਹੀ ਪੁਰਖ ਮਨੁੱਖ ਜੀਵ ਖਟ ਭਾਗਾਂ ਸਪੰਨ ਭਗਵਾਨ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ, ਜਿਹਦੇ ਮੱਥੇ ਤੇ ਵਾਹਿਗੁਰੂ ਨੇ ਕਲਮ ਲਿਖ ਦਿੱਤੀ, ਜਾਸੀ ਕਲਮ ਬੁੜੀ ਮਸਤਕ ਤੈਸੀ ਜੀੜੇ ਪਾਸ। ਕਈ ਕਹਿੰਦੇ ਰਹਿੰਦੇ ਗਰੀਬੀ ਆ, ਥੋੜਾ ਜਿਹਾ ਬੈਲੈਂਸ ਕਰ ਲਈਏ ਫਿਰ ਜਪਾਂਗੇ। ਲਗਭਗ ਬਹੁਤੇ ਭਗਤ ਗਰੀਬ ਹੀ ਸਨ ਖਾਲਸਾ ਜੀ ਸੰਸਾਰ ਕਮਾਇਆ ਤੋਂ, ਨਾਮ ਕਰਕੇ ਬਹੁਤ ਅਮੀਰ ਸੀ। ਭਗਤ ਫਰੀਦ ਜੀਆਂ ਦੀ ਮਾਤਾ ਜੀ, ਉਹ ਆਪਣੇ ਬੱਚੇ ਨੂੰ ਕਹਿੰਦੀ ਆ ਜਪ ਲੈ ਰੱਬ ਦੀ ਬੰਦਗੀ ਨੂੰ, ਬੱਚਿਆ ਜਪ ਲੈ ਰੱਬ ਦੀ ਬੰਦਗੀ ਨੂੰ, ਛੱਡ ਦਾਵੇ ਦੁਨੀਆ ਗੰਦਗੀ ਨੂੰ, ਪੜ ਸਬਰ ਤੇ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ। ਮਾਂ ਆਪਣੇ ਬੱਚੇ ਨੂੰ ਮੱਤਾਂ ਦੇ ਰਹੀ ਆ, ਬੱਚਿਆ ਜਿਨ੍ਹਾਂ ਨੇ ਮਨ ਦੀ ਚਾਹ ਗਵਾਈ ਆ ਉਹਨਾਂ ਦੀ ਧਨ ਕਮਾਈ ਆ, ਦੇਖ ਖੋਲ ਕੇ ਦਿਲ ਦੇ ਦੀਦੇ ਨੂੰ, ਕਰ ਲੈ ਬੰਦਗੀ। ਫਰੀਦਾ ਬਾਬਾ ਫਰੀਦ ਜੀ ਨੂੰ ਮਾਤਾ ਕਹਿੰਦੇ ਬੱਚਾ ਕਰ ਲੈ ਬੰਦਗੀ, ਪਰਮਾਤਮਾ ਦੀ ਸਿਮਰਨ ਕਰ ਲੈ, ਨਾਮ ਜਪ ਲੈ। ਜਿਨ੍ਹਾਂ ਦੇ ਅੰਤਸ਼ ਕਰਨ ਰੂਪੀ ਖਾਲਸਾ ਜੀ ਜਾਂ ਮੱਥੇ ਦੇ ਉੱਪਰ ਵਾਹਿਗੁਰੂ ਨੇ ਲੇਖ ਲਿਖਿਆ, ਉਹ ਹੀ ਨਾਮ ਜਪਦੇ ਸਿਮਰਨ ਕਰਦੇ ਹਨ। ਆਠ ਪਹਿਰ ਹਰ ਹਰ ਗੁਣ ਗਾਓ, ਕਿੰਨਾ ਕੋ ਜਪਦੇ ਨੇ? ਅੱਧਾ ਘੰਟਾ, ਘੰਟਾ, ਕਿੰਨਾ ਸਮਾਂ ਜੀ? ਕਹਿੰਦੇ ਜੀ 8 ਪਹਿਰ ਹਰ ਹਰ ਦੇ ਗੁਣ ਗਾਉਂਦੇ ਨੇ, ਸਵੇਰ ਤੋਂ ਸ਼ਾਮ, ਸ਼ਾਮ ਤੋਂ ਲੈ ਕੇ ਸਵੇਰ ਤੱਕ 24 ਘੰਟੇ ਨਾਮ ਜਪਦੇ ਪਰਮਾਤਮਾ ਜੀਆਂ ਦਾ। 8 ਪਹਿਰ ਇਕ ਤੈ ਲਿਵੈ ਮੰਨੇਨ ਹੁਕਮ ਅਪਾਰ, ਕਹੋ ਨਾਨਕ ਹਾਂ ਤਿਸ ਬਲ ਜਾਉ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਅਸੀਂ ਤਿੰਨਾਂ ਗੁਰਮੁਖਾਂ ਤੋਂ, ਰੱਬ ਦੇ ਪਿਆਰਿਆਂ ਤੋਂ ਬਲਹਾਰ ਜਾਂਦੇ ਆ, ਜਿਹੜੇ ਆਪ ਜਪਦੇ ਦੂਜਿਆਂ ਨੂੰ ਜਪਾਉਂਦੇ, ਆਪ ਕਮਾਉਂਦੇ ਦੂਜਿਆਂ ਨੂੰ ਕਮਾਈ ਕਰਨ ਦੀ ਪ੍ਰੇਰਣਾ ਦਿੰਦੇ ਨੇ, ਜਿਨ੍ਹਾਂ ਦੇ ਮੱਥੇ ਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਆ, ਜਿਨ੍ਹਾਂ ਦੇ ਅੰਤਸ਼ ਕਰਨ ਰੂਪੀ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਆ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀਆਂ ਨੇ ਆਏ ਹੋਏ ਲਖਾਰੀ ਨੂੰ ਮੁਖਾਤਬ ਹੋ ਕੇ ਸਾਰੇ ਸੰਸਾਰ ਦੇ ਵਾਸਤੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਖਾਲਸਾ ਜੀ ਬਹੁਤ ਵੱਡੇ ਭਾਗ ਨੇ ਕਿ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਸ੍ਰੀ ਅਬਚਲ ਨਗਰ ਵਿਖੇ ਹਾਜ਼ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਮਨ ਬਾਣੀ ਸਰੀਰ ਕਰਕੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਬਸ ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਜਿਸ ਮਾਲਕ ਦੇ ਦਰ ਤੇ ਅੱਜ ਬੈਠੇ ਆ ਨਾ, ਉਸ ਮਾਲਕ ਦੇ ਬਾਬਤ ਇੱਕ ਕਵੀ ਦਾ ਬਚਨ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਪੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਪਾਪ ਅਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਗੁਰੂ ਦੀ ਜੇ ਲੋੜ ਹੋਵੇ ਗੁਰੂ ਪੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਗੁਰੂ ਸਾਹਿਬ ਜੀ ਔਰ ਖਾਲਸਾ ਜੀ ਸੱਚਖੰਡ ਬੋਰਡ ਸਮੂਹ ਪ੍ਰਬੰਧਕ ਵੀਰਾਂ ਦਾ, ਜਥੇਦਾਰਾਂ ਦਾ, ਸੇਵਾਦਾਰਾਂ ਦਾ, ਸਮੂਹ ਸਿੰਘ ਸਾਹਿਬਾਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਗੁਰਬਾਣੀ ਦੀ ਵਿਚਾਰ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਗੁਰੂ ਮਹਾਰਾਜ, ਗੁਰੂ ਸਰੂਪ ਸਾਧ ਸੰਗਤ ਜੀ
ਆਪ ਜੀ ਬਖਸ਼ਣਹਾਰ ਬਖਸ਼ਣਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। 2 ਪੰਕਤੀਆਂ ਪੜ ਸੰਪੂਰਨਤਾ ਹੈ। ਜਾਂ ਕੈ ਮਾਥਾ ਇਹੋ ਨਿਧਾਨ, ਸੋਏ ਪੁਰਖ ਜਪੈ ਭਗਵਾਨ। 8 ਪਹਿਰ ਹਰ ਹਰ ਗੁਣ ਗਾਓ, ਕਹੋ ਨਾਨਕ ਹਾਂ ਤਿਸ ਬਲ ਜਾਓ। ਵਾਹਿਗੁਰੂ ਜੀ ਕਾ ਖਾਲਸਾ